ਦ ਵੇ ਫਾਰਵਰਡ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਅਸੀਂ ਇਸ ਸ਼ੋਅ ਤੇ ਹਮੇਸ਼ਾ ਐਨਕਰੇਜ ਕਰਦੇ ਹਾਂ ਆਪਣੇ ਕਮਿਊਨਿਟੀ ਮੈਂਬਰਸ ਨੂੰ ਇਸ ਮੁਲਕ ਦੀ ਰਾਜਨੀਤੀ ਵਿੱਚ ਪਾਰਟਿਸਿਪੇਟ ਕਰਨ ਵਾਸਤੇ, ਬਾਹਰ ਆ ਕੇ ਵੋਟ ਦੇਣ ਵਾਸਤੇ, ਆਪਣੇ ਕੈਂਡੀਡੇਟਸ ਨੂੰ ਸਪੋਰਟ ਕਰਨ ਵਾਸਤੇ। ਅੱਜ ਅਸੀਂ ਆਪਣੇ ਕਮਿਊਨਿਟੀ ਦੇ ਇੱਕ ਐਸੇ ਮੈਂਬਰ ਨਾਲ ਗੱਲ ਕਰਨ ਲੱਗੇ ਹਾਂ ਜਿਨ੍ਹਾਂ ਨੇ ਨਿਊਯਾਰਕ ਦੀ ਪੋਲਿਟਿਕਸ ਵਿੱਚ, ਡੈਮੋਕ੍ਰੈਟਿਕ ਪਾਰਟੀ ਦੀ ਪੋਲਿਟਿਕਸ ਵਿੱਚ ਆਪਣੀ ਇੱਕ हैसियत बना लीती है, एक जगह बना लीती है। एक बहुत जानी मानी शख्सियत हैं संजीव जिंदल जी। संजीव जी तुहाडा बहुत बहुत स्वागत है। थैंक यू जी सो मच, थैंक यू। संजीव जी ਅੱਜ ਟਾਈਮ ਕੱਢਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਅਸੀਂ ਜਾਣਦੇ ਹਾਂ ਕਿ ਇਸ ਵੇਲੇ ਤੁਹਾਡਾ ਬਿਜ਼ੀ ਸੀਜ਼ਨ ਹੈਗਾ, ਕੈਂਪੇਨ ਸੀਜ਼ਨ ਹੈਗਾ। ਤੁਸੀਂ ਨਿਊਯਾਰਕ ਸਟੇਟ ਅਸੈਂਬਲੀ ਡਿਸਟ੍ਰਿਕਟ 19 ਦੇ ਕੈਂਡੀਡੇਟ ਹੈਗੇ ਹੋ। ਸਾਨੂੰ ਸਭ ਤੋਂ ਪਹਿਲੇ ਇਹ ਦੱਸੋਗੇ ਸਾਡੀ ਕਮਿਊਨਿਟੀ ਨੂੰ ਕਿੱਥੇ ਹੈਗੀ ਹੈ ਇਹ ਡਿਸਟ੍ਰਿਕਟ, ਕੀ ਹੈਗੀ ਹੈ ਪੋਜੀਸ਼ਨ ਜਿਸ ਵਾਸਤੇ ਤੁਸੀਂ ਰਨ ਕਰ ਰਹੇ ਹੋ? ਸਭ ਤੋਂ ਪਹਿਲਾਂ ਤਾਂ ਸਭ ਦਾ ਧੰਨਵਾਦ, ਸਤਿ ਸ੍ਰੀ ਅਕਾਲ। ਹਰਜੋਤ ਜੀ, ਜਸ ਪੰਜਾਬੀ ਦਾ ਬਹੁਤ-ਬਹੁਤ ਧੰਨਵਾਦ ਇਹ ਪ੍ਰੋਗਰਾਮ ਲੈ ਕੇ ਆਉਣ ਲਈ। ਕਾਫੀ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਪਹਿਲਾਂ ਆਪਾਂ ਅੱਜ ਡਿਸਟ੍ਰਿਕਟ ਡਿਸਕਸ ਕਰਦੇ ਹਾਂ ਕਿ ਇਸ ਦਾ ਸਾਊਥ ਪਾਰਟ ਆਫ ਦਾ ਫਲੋਰਲ ਪਾਰਕ, ਜਿਹੜਾ ਆਪਣਾ ਫਲੋਰਲ ਪਾਰਕ ਵਿਲੇਜ ਹੈਗਾ ਜੀ, ਇੱਧਰੋਂ ਸ਼ੁਰੂ ਕਰਦੇ ਹਾਂ ਆਪਾਂ ਵੈਸਟ ਐਂਡ ਤੋਂ। ਫਲੋਰਲ ਪਾਰਕ ਵਿਲੇਜ ਦੇ ਨਾਲ ਨਿਊ ਹਾਈਡ ਪਾਰਕ ਵਿਲੇਜ ਹੈ। ਦੈਨ ਆਪਾਂ ਨਿਊ ਹਾਈਡ ਪਾਰਕ ਰੋਡ ਨੂੰ ਆਪਾਂ ਉੱਪਰ ਤੱਕ ਲੈ ਕੇ ਚਲੇ ਜਾਈਏ ਅਪ ਟੂ ਯੂਨੀਅਨ ਟਰਨਪਾਈਕ ਤੱਕ ਜੀ। ਨਿਊ ਹਾਈਡ ਪਾਰਕ ਰੋਡ ਤੋਂ ਲੈ ਕੇ ਨਿਊ ਹਾਈਡ ਪਾਰਕ ਦਾ ਸਾਰਾ ਇਲਾਕਾ ਈਸਟ ਵੱਲ ਨੂੰ, ਪਲੱਸ ਗਾਰਡਨ ਸਿਟੀ ਪਾਰਕ ਦਾ ਇਲਾਕਾ ਜੀ, ਪਲੱਸ ਉਹਦੇ ਨਾਲ ਨਾਲ ਮਿਨੀਓਲਾ, ਨਾਲ ਵਿਲਿੰਗਸਟਨ ਪਾਰਕ ਦੇ ਨਾਲ ਅਲਬਰਟਸਨ। ਦੈਨ ਵੀ ਆਰ ਗੋਇੰਗ ਅਪ ਟੂ ਬਾਏ ਦਾ ਹੈਰਿਕਸ ਰੋਡ। ਵੈਨ ਵੀ ਟੇਕ ਅਪ the Mineola, we are covering on the other side of it. IU Willard ਦਾ ਸਾਊਥ ਅਪ ਟੂ ਗ੍ਰੈਂਡ ਸੈਂਟਰਲ ਪਾਰਕਵੇ, ਜਿਹਦੇ ਚ ਰੋਜ਼ਲਿਨ ਹਾਈਟ ਵੀ ਆ ਜਾਂਦਾ, ਵਿਲਿੰਗਸਟਨ ਪਾਰਕ ਵੀ ਆ ਜਾਂਦਾ, ਈਸਟ ਵਿਲਿੰਗਸਟਨ ਦਾ ਇਲਾਕਾ ਵੀ ਆ ਜਾਂਦਾ। ਦੈਨ ਵੀ ਆਰ ਗੋਇੰਗ ਔਨ ਦਾ ਕਾਰ ਪਲੇਸ। ਫਿਰ ਆਪਾਂ ਓਲਡ ਕੰਟਰੀ ਰੋਡ ਤੱਕ, ਕਾਰ ਰੋਡ ਹੈਗੀ ਹੈ ਜੈਰੀਕੋ ਟਰਨਪਾਈਕ ਤੋਂ ਕੱਟਦੀ ਹੈ ਜੀ। ਕਾਰ ਰੋਡ ਨੂੰ ਕੱਟ ਕੇ ਆਪਾਂ ਜੈਰੀਕੋ ਟਰਨਪਾਈਕ ਤੋਂ ਲੈ ਕੇ ਓਲਡ ਕੰਟਰੀ ਰੋਡ ਲੈ ਕੇ ਆਪਾਂ ਸਾਰਾ ਸੈਲਸਬਰੀ ਦਾ ਇਲਾਕਾ ਕਵਰ ਕਰਦੇ ਹਾਂ, ਜਿਹਦੇ ਵਿੱਚ ਦੋ ਇਲਾਕੇ ਕਵਰ ਕਰਦੇ ਹਾਂ ਆਪਾਂ। ਸੈਲਸਬਰੀ ਦੇ ਵਿੱਚ ਈਸਟ ਮੈਡੋ ਦਾ ਇਲਾਕਾ ਤੇ ਵੈਸਟਬਰੀ ਦਾ ਇਲਾਕਾ ਜੀ। ਦੈਨ ਵੀ ਕਮ ਬੈਕ ਔਨ ਹੈਮਸਟੈਡ ਟਰਨਪਾਈਕ ਤੇ ਆਪਾਂ ਕਵਰ ਕਰਦੇ ਹੈਗੇ ਆ ਜੀ ਗਾਰਡਨ ਸਿਟੀ, ਮਿਨੀਓਲਾ ਜੀ, ਫਰੈਂਕਲਿਨ ਸਕੁਅਰ, ਵੈਸਟ ਹੈਮਸਟੈਡ ਜੀ। ਇਹ ਸਾਰਾ ਇਲਾਕਾ ਆਪਾਂ ਕਵਰ ਕਰਦੇ ਹਾਂ। ਇਲਾਕਾ ਕਾਫੀ ਵੱਡਾ ਹੈਗਾ, ਇਹ ਕਾਫੀ ਵੱਡਾ ਇਲਾਕਾ ਹੈ ਔਰ ਕਾਫੀ ਕਮਿਊਨਿਟੀ ਹੈਗੀ ਆਪਣੀ, ਕਾਫੀ ਕਮਿਊਨਿਟੀ ਹੈਗੀ ਹੈ ਜੀ। ਅਰਾਊਂਡ 15% ਏਸ਼ੀਅਨ ਪਾਪੂਲੇਸ਼ਨ ਹੈਗੀ ਹੈ, 19% ਹਿਸਪੈਨਿਕ ਪਾਪੂਲੇਸ਼ਨ ਹੈਗੀ ਹੈ ਜੀ। ਬਾਕੀ ਰੈਸਟ ਇਸ ਦਾ ਮਿਕਸ ਕਮਿਊਨਿਟੀਜ਼ ਹੈਗੀਆਂ ਨੇ ਜੀ। ਜੀ 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 ਮੈਂ ਸੰਜੀਵ ਜੀ ਗੱਲ ਸ਼ੇਅਰ ਕਰਨਾ ਚਾਹਾਂਗਾ ਸਾਰੇ ਵਿਊਅਰਸ ਦੇ ਨਾਲ। ਲਾਸਟ ਈਅਰ ਇੱਕ ਇਲੈਕਸ਼ਨ ਹੋਈ ਸੀ ਡਿਸਟ੍ਰਿਕਟ 23 ਸਿਟੀ ਕਾਉਂਸਿਲ ਵਾਸਤੇ, ਜਿਸ ਦੇ ਵਿੱਚ ਕਮਿਊਨਿਟੀ ਦੇ ਕਾਫੀ ਸਾਡੇ ਕੈਂਡੀਡੇਟਸ ਸਾਹਮਣੇ ਆਏ। ਇੱਕ ਬੜੀ ਸਕਸੈਸਫੁਲ, ਬੜੀ ਅੱਛੀ ਕੈਂਪੇਨ ਰਨ ਕੀਤੀ ਸੰਜੀਵ ਜੀ ਨੇ। ਐਂਡ ਮੈਨੂੰ ਸੰਜੀਵ ਜੀ ਮਿਲੇ, ਮੈਂ ਸੰਜੀਵ ਜੀ ਨੂੰ ਜਿਸ ਤਰ੍ਹਾਂ ਕਾਫੀ ਲੋਕਾਂ ਨੇ ਰੇਜ਼ ਕੀਤਾ ਇਸ਼ੂ, ਉਹਨਾਂ ਨੇ ਕਿਹਾ ਬਈ ਕਿਉਂ ਇੰਨੇ ਸਾਰੇ ਮੈਂਬਰਸ ਜਿਹੜੇ ਕਮਿਊਨਿਟੀ ਦੇ ਲੜ ਰਹੇ ਨੇ, ਆਪ ਇੱਕ ਦੂਸਰੇ ਦੀ ਵੋਟ ਕਟਾਂਗੇ। ਤੇ ਮੈਂ ਵੀ ਸੰਜੀਵ ਜੀ ਨੂੰ ਇਹ ਗੱਲ ਕਹੀ ਔਰ ਸੰਜੀਵ ਜੀ ਨੇ ਜੋ ਗੱਲ ਕਹੀ ਮੈਨੂੰ ਬੜੀ ਅੱਛੀ ਲੱਗੀ। ਸੰਜੀਵ ਜੀ ਮੈਨੂੰ ਕਹਿੰਦੇ ਕਿ ਹਰਜੋਤ ਅਸੀਂ ਹਾਲੀ ਨਵੇਂ ਹਾਂ, ਸਾਡੀ ਜਿਹੜੀ ਪਾਰਟਿਸਪੇਸ਼ਨ ਹੈ ਬਹੁਤ ਜ਼ਿਆਦਾ ਨਹੀਂ ਹੈ। ਹਰ ਕੈਂਡੀਡੇਟ ਦੇ ਆਪਣੇ ਬੰਦੇ ਹੁੰਦੇ ਨੇ। what this is going to lead to is ਕਿ ਜਿਹੜੇ ਬੰਦੇ ਆਪਣੀ ਜਿਹੜੇ ਕਮਿਊਨਿਟੀ ਮੈਂਬਰਸ ਹਨ ਉਹ ਬਾਹਰ ਆਣਗੇ ਔਰ ਇਸ ਚੀਜ਼ ਵਿੱਚ ਫਸਟ ਟਾਈਮ ਪਾਰਟਿਸਿਪੇਟ ਕਰਾਂਗੇ ਜੋ ਉਹਨਾਂ ਨੇ ਪਹਿਲੇ ਕਦੇ ਨਹੀਂ ਕੀਤਾ। I thought it was very profound and it made sense ਜੀ। ਹਰਜੋਤ ਜੀ, ਮੈਂ ਆਪਣੇ ਵਿਊਅਰਸ ਨਾਲ ਇੱਕ ਹੋਰ ਗੱਲ ਸਾਂਝੀ ਕਰਨੀ ਚਾਹੁੰਦਾ। ਨਥਿੰਗ ਰੋਂਗ ਵਿਦ ਦੈਟ। ਮੈਨੂੰ ਇੱਕ ਮੀਡੀਆ ਦੇ ਸ਼ਖਸ ਨੇ ਇੱਕ ਕੁਐਸਚਨ ਕੀਤਾ ਕਿ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਓਪਨ ਹੋ ਰਹੀਆਂ ਨੇ, ਹਰ ਬੰਦਾ ਇੱਕ ਦੂਸਰੀ ਆਰਗੇਨਾਈਜੇਸ਼ਨ ਦਾ ਹਿੱਸਾ ਹੈ ਜੀ। ਮੇਰਾ ਇਹ ਮੰਨਣਾ ਹੈ ਕਿ ਜਦੋਂ ਅਸੀਂ ਇੱਦਾਂ ਦੀਆਂ ਆਰਗੇਨਾਈਜੇਸ਼ਨ ਸ਼ੁਰੂ ਕਰਦੇ ਹਾਂ ਵਨ ਆਫਟਰ ਦੀ ਅਦਰ, ਹੋ ਸਕਦਾ ਮੇਰੇ ਪੋਲੀਟੀਕਲ ਵਿਊਜ਼ ਤੁਹਾਡੇ ਨਾਲ ਨਾ ਮੈਚ ਕਰਦੇ ਹੋਣ, ਬਟ ਐਜ਼ ਏ ਕਮਿਊਨਿਟੀ ਗਰਾਊਂਡ ਆਈ ਐਮ ਸੋ ਹੈਪੀ ਦੈਟ ਕਿ ਆਰਗੇਨਾਈਜੇਸ਼ਨਸ ਓਪਨ ਹੋ ਰਹੀਆਂ ਨੇ ਜੀ। ਵਾਟ ਇਜ਼ ਦਾ ਰੀਜ਼ਨ ਬਿਹਾਈਂਡ ਇਟ? ਅਸੀਂ ਆਪਣੇ ਆਪ ਨੂੰ, ਚਾਹੇ ਉਹ ਸਾਡਾ ਸੈਲਫ ਇੰਟਰਸਟ ਹੀ ਕਿਉਂ ਨਾ ਹੋਵੇ ਜੀ, ਕਿਉਂਕਿ ਜਦੋਂ ਤੱਕ ਸਾਨੂੰ ਪਿਆਸ ਨਹੀਂ ਲੱਗੇਗੀ ਅਸੀਂ ਪਾਣੀ ਨਹੀਂ ਪੀਣਾ।
ਅਸੀਂ ਆਪਣੇ ਆਪ ਨੂੰ ਐਮਪਾਵਰ ਕਰਦੇ ਹਾਂ, ਫਿਰ ਅਸੀਂ ਆਪਣੇ ਇਰਦ ਗਿਰਦ ਦਾ ਜਿਹੜਾ ਸਾਡਾ ਇਨਫਲੂਐਂਸ ਹੈ, ਸਾਡੇ ਦੋਸਤ ਨੇ, ਸਾਡੇ ਭਰਾ ਭੈਣ, ਸਾਡੇ ਰਿਸ਼ਤੇਦਾਰ, ਅਸੀਂ ਉਹਨਾਂ ਨੂੰ ਐਮਪਾਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਅਸੀਂ ਮੇਨ ਸਟ੍ਰੀਮ ਤੋਂ ਕਾਫੀ ਹਟ ਕੇ ਰਹੇ ਹਾਂ ਅੱਜ ਤੱਕ, ਪਰ ਹੁਣ ਅਸੀਂ ਇਨਵੋਲਵ ਹੋਣੇ ਸ਼ੁਰੂ ਹੋਏ ਹਾਂ ਜੀ। ਤੁਸੀਂ ਦੇਖੋਗੇ ਕਿ ਜਿਹੜੀ ਨਿਊਯਾਰਕ ਸਿਟੀ ਕਾਉਂਸਲ 23 ਦੀ ਜਿਹੜੀ ਲਾਸਟ ਇਲੈਕਸ਼ਨ ਦੀ ਤੁਸੀਂ ਗੱਲ ਕੀਤੀ ਹੈ ਜੀ, ਤੁਸੀਂ ਡਾਟਾਬੇਸ ਰਿਸਰਚ ਕਰਕੇ ਦੇਖੋਗੇ ਕਿ ਉਹਦੇ ਵਿੱਚ 7500 ਤੋਂ ਲੈ ਕੇ 8000 ਵੋਟਸ ਤੋਂ ਜ਼ਿਆਦਾ ਕਦੇ ਵੀ ਪੋਲਿੰਗ ਨਹੀਂ ਹੋਈ ਪ੍ਰਾਇਮਰੀ ਦੇ ਵਿੱਚ ਸਿਟੀ ਕਾਉਂਸਲ ਦੇ ਵਿੱਚ ਜੀ। ਪਰ ਲਾਸਟ ਈਅਰ ਬਿਕੋਜ਼ 4 ਸਾਊਥ ਏਸ਼ੀਅਨ ਇਜ਼ ਰਨਿੰਗ, ਜੀ, 3 more candidate other is running, total 7 candidate is running. जी। Guess what कि more than double participation ਦੇਖਣ ਨੂੰ ਮਿਲੀ। ਈਵਨ ਕਿ ਜਿਹੜੀ ਉਸ ਤੋਂ ਪਹਿਲਾਂ ਲਾਸਟ ਜਰਨਲ ਇਲੈਕਸ਼ਨ ਹੋ ਕੇ ਹਟੀ ਹੈ, ਜਿਹੜੀ ਪ੍ਰੈਜ਼ੀਡੈਂਸ਼ੀਅਲ ਜਰਨਲ ਸੀ, ਉਸ ਨਾਲੋਂ ਵੀ ਜ਼ਿਆਦਾ ਵੋਟ ਬੈਂਕ ਨਿਕਲ ਕੇ ਆਇਆ ਪ੍ਰਾਇਮਰੀ 'ਚ। ਜੀ ਜੀ। ਇਟਸ ਇਟਸੈਲਫ ਏ ਅਚੀਵਮੈਂਟ ਜੀ। ਆਈ ਡੋਂਟ ਮਾਈਂਡ ਕਿ ਸਾਡੇ 4 ਕੈਂਡੀਡੇਟ ਰਨ ਕੀਤੇ, ਡੈਫੀਨੇਟਲੀ ਜੇ ਇੱਕ ਰਨ ਕਰਦਾ ਤਾਂ ਅਸੀਂ ਜਿੱਤ ਜਾਂਦੇ, ਪਰ ਮੇਰਾ ਮੰਨਣਾ ਥੋੜਾ ਜਿਹਾ ਡਿਫਰੈਂਟ ਹੈਗਾ। ਮੈਂ ਡਿਫਰੈਂਟ ਐਂਗਲ ਨਾਲ ਸੋਚਦਾ। 4 ਬੰਦੇ ਰਨ ਕੀਤੇ, ਹਰ ਬੰਦੇ ਦਾ ਇੱਕ ਆਪਣਾ ਸਰਕਲ ਹੁੰਦਾ, ਜਿੱਦਾਂ ਤੁਸੀਂ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਇਹ ਗੱਲ। ਹਰ ਬੰਦਾ ਆਪਣੇ ਸਰਕਲ ਨੂੰ ਲੈ ਕੇ ਆਇਆ। ਸਾਡੀ ਜਿਹੜੀ ਵੋਟ ਬੈਂਕ ਸਾਊਥ ਏਸ਼ੀਅਨ ਦੀ ਨਿਕਲ ਕੇ ਆਈ, 60% ਉਹ ਵੋਟਰ ਸੀ ਜਿਹੜੇ ਫਸਟ ਟਾਈਮ ਐਵਰ ਵੋਟ ਸੀ ਜੀ ਸਾਊਥ ਏਸ਼ੀਅਨ 'ਚ। ਇਟਸ ਅ ਬਿਗ ਨੰਬਰ ਜੀ, ਐਂਡ ਵੀ ਫੀਲ ਪ੍ਰਾਊਡ ਕਿ ਅਸੀਂ ਬਾਹਰ ਆਏ ਵੋਟ ਪਾਉਣ ਵਾਸਤੇ। ਹੁਣ ਸਾਨੂੰ ਪਤਾ ਲੱਗ ਗਿਆ ਕਿ ਜੂਨ 'ਚ ਇਲੈਕਸ਼ਨਾਂ ਹੁੰਦੀਆਂ ਨੇ, ਜੂਨ 'ਚ ਪ੍ਰਾਇਮਰੀ ਹੁੰਦੀ ਹੈ। ਤੁਸੀਂ ਦੇਖੋਗੇ ਜੇ 60 ਨਹੀਂ ਤਾਂ 40-45 ਕੁਛ ਨਾ ਕੁਛ ਪਰਸੈਂਟੇਜ ਜ਼ਰੂਰ ਆਏਗੀ। ਜੀ, ਇਟਸ ਅਚੀਵਮੈਂਟ ਫॉर आवर ਕਮਿਊਨਿਟੀ। नहीं संजीव जी, बिल्कुल एक बहुत बड़ी अचीवमेंट है। एंड एज यू सैड कि ਜਿਹੜੇ ਲੋਕੀ ਕਈ ਸਾਲਾਂ ਤੋਂ ਇਸ ਕਮਿਊਨਿਟੀ 'ਚ ਰਹਿ ਰਹੇ ਨੇ, ਸਿਟੀਜ਼ਨਸ ਹੈਗੇ, ਵੋਟ ਕਰਨ ਦਾ ਹੱਕ ਰੱਖਦੇ ਨੇ, ਬਟ ਉਹ ਕਦੀ ਬਾਹਰ ਨਹੀਂ ਆਏ, ਉਹਨਾਂ ਨੇ ਵੋਟਾਂ ਨਹੀਂ ਪਾਈਆਂ ਕਿਉਂਕਿ ਉਹਨਾਂ ਦਾ ਆਪਣੀ ਜਿਹੜੀ ਇਨਵੋਲਵਮੈਂਟ ਹੈ, ਕੋਈ ਆਪਣਾ ਉਹਨਾਂ ਦਾ ਜਿਸ ਨੂੰ ਕਹਿੰਦੇ ਨਾ ਇਮੀਡੀਏਟ, ਐਜ਼ ਯੂ ਸੈਡ ਕਿ ਪਿਆਸ ਲੱਗਦੀ ਹੈ, ਤੇ ਉਹ ਇਨਵੋਲਵਮੈਂਟ ਉਹਨਾਂ ਦੀ ਨਹੀਂ ਸੀ। ਇਹ ਇਨਵੋਲਵਮੈਂਟ ਬਹੁਤ ਜ਼ਰੂਰੀ ਹੈ, ਔਰ ਇਹ ਇਨਵੋਲਵਮੈਂਟ ਕਿਉਂ ਜ਼ਰੂਰੀ ਹੈ ਇਸ ਬਾਰੇ ਅਸੀਂ ਤੁਹਾਡੇ ਤੋਂ ਹੋਰ ਜਾਣਨਾ ਚਾਹਾਂਗੇ। ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਉਸ ਤੋਂ ਬਾਅਦ ਅਸੀਂ ਗੱਲ ਜਾਰੀ ਰੱਖਾਂਗੇ। ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ। ਦ ਵੇ ਫਾਰਵਰਡ 'ਚ ਤੁਹਾਡਾ ਫਿਰ ਤੋਂ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਅੱਜ ਅਸੀਂ ਗੱਲ ਕਰ ਰਹੇ ਹਾਂ ਨਿਊਯਾਰਕ ਸਟੇਟ ਅਸੈਂਬਲੀ ਡਿਸਟ੍ਰਿਕਟ 19 ਦੇ ਕੈਂਡੀਡੇਟ ਸੰਜੀਵ ਜਿੰਦਲ ਜੀ ਨਾਲ। ਸੰਜੀਵ ਜੀ, ਤੁਸੀਂ ਇਹ ਤੁਹਾਡੀ ਗੱਲ ਸਾਨੂੰ ਬਹੁਤ ਅੱਛੀ ਲੱਗੀ, ਬਹੁਤ ਸੋਹਣੀ ਗੱਲ ਕੀਤੀ ਤੁਸੀਂ ਹਮੇਸ਼ਾ ਕਮਿਊਨਿਟੀ ਦੀ ਐਮਪਾਵਰਮੈਂਟ ਦੀ ਗੱਲ ਕਰਦੇ ਹੋ। ਇਸ ਮੁਲਕ ਵਿੱਚ ਸਾਡੀ ਕਮਿਊਨਿਟੀ ਬਹੁਤ ਪੁਰਾਣੀ ਨਹੀਂ ਹੈਗੀ ਹੈ, 20-25-30 ਸਾਲ ਹੋਏ ਨੇ, ਐਂਡ ਯੂ ਨੋ ਵੀ ਹੈਵ ਬੀਨ ਪ੍ਰੀਟੀ ਸਕਸੈਸਫੁਲ। ਲੋਕ ਜਿਨ ਵੀ ਅਦਾਇਰੇ 'ਚ ਗਏ, ਜਿਨ ਵੀ ਬਿਜ਼ਨੈਸਿਸ 'ਚ ਗਏ, ਦੇ ਹੈਵ ਡਨ ਵੈਲ। ਵਾਈ ਡੂ ਯੂ ਥਿੰਕ, ਤੁਹਾਨੂੰ ਕਿਉਂ ਲੱਗਦਾ ਹੈ ਕਿ ਹੋਰ ਐਮਪਾਵਰਮੈਂਟ ਦੀ ਲੋੜ ਹੈਗੀ ਹੈ, ਹੋਰ ਪਾਰਟਿਸਿਪੇਸ਼ਨ ਦੀ ਲੋੜ ਹੈਗੀ ਹੈ? ਹਰਜੋਤ ਜੀ, ਇਟਸ ਅ ਬਿਗਨਿੰਗ ਜੀ, ਐਂਡ ਟਰਸਟ ਮੀ ਇਟਸ ਅ ਬਿਗਨਿੰਗ। ਜੇ ਅਸੀਂ ਕੰਟਰੀਬਿਊਸ਼ਨ ਦੀ ਗੱਲ ਕਰਦੇ ਹਾਂ ਨਾ, ਜਿੱਦਾਂ ਤੁਸੀਂ ਕੰਟਰੀਬਿਊਸ਼ਨ ਦੀ ਗੱਲ ਕੀਤੀ ਹੈਗੀ ਹੈ, ਤਾਂ ਮੋਰ ਦੈਨ 8% ਸਾਡੀ ਕੰਟਰੀਬਿਊਸ਼ਨ ਹੈ ਟੂਵਰਡਸ US ਇਕੋਨਮੀ, ਇੰਡੀਅਨ ਕਮਿਊਨਿਟੀ ਦੀ। ਇੰਡੀਅਨ ਕਮਿਊਨਿਟੀ, ਐਂਡ ਇਟਸ ਨਾਟ ਅ ਸਮਾਲ ਨੰਬਰ ਜੀ, ਇਟਸ ਅ ਬਿਗ ਨੰਬਰ। ਇੰਡੀਅਨ ਕਮਿਊਨਿਟੀ ਜਾਂ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਅਸੀਂ ਜੇ ਕਹੀਏ ਤਾਂ ਇਹ ਕ੍ਰਾਈਮ ਫ੍ਰੀ ਕਮਿਊਨਿਟੀ ਹੈ। ਠੀਕ ਹੈ ਜੀ, ਜ਼ੀਰੋ ਕ੍ਰਾਈਮ। ਵਾਈ ਇਜ਼ ਦੈਟ ਸੋ? ਕਿਉਂਕਿ ਜਦੋਂ ਅਸੀਂ ਆਪਣੇ ਮੁਲਕ 'ਚੋਂ ਇੱਥੇ ਆਏ ਸੀ, ਅਸੀਂ ਸੇਫਟੀ ਵਾਸਤੇ ਆਏ ਸੀ ਜੀ, ਬੈਟਰ ਐਜੂਕੇਸ਼ਨ ਵਾਸਤੇ ਆਏ ਸੀ, ਅਮਰੀਕਨ ਡ੍ਰੀਮ ਵਾਸਤੇ ਆਏ ਸੀ ਜੀ, ਕਿਡਸ ਦਾ ਫਿਊਚਰ ਸਿਕਿਉਰ ਕਰਨ ਵਾਸਤੇ ਇੱਥੇ ਆਏ ਸੀ ਜੀ। ਪਰ ਸਾਡੇ ਜਿਹੜੇ ਬਜ਼ੁਰਗ ਫਸਟ ਜਨਰੇਸ਼ਨ ਆਈ ਸੀ, ਉਹਨਾਂ ਦੇ ਮੋਢਿਆਂ ਤੇ ਬਹੁਤ ਜ਼ਿਆਦਾ ਭਾਰ ਸੀ ਜੀ। ਉਹਨਾਂ ਨੂੰ ਇਹ ਵੀ ਹੋਸ਼ ਨਹੀਂ ਰਹੀ, ਮੈਂ ਹਮੇਸ਼ਾ ਯੂਜ਼ ਕਰਦਾ, ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦਾ ਅੱਜ, ਉਹਨਾਂ ਨੂੰ ਹੋਸ਼ ਨਹੀਂ ਰਹੀ, ਕੰਮ 'ਚ ਇੰਨੇ ਬਿਜ਼ੀ ਹੋ ਗਏ ਕਿ ਲਾਈਟ ਦਾ ਸਵਿਚ ਡਾਊਨ ਸਾਈਡ ਕਰਨ ਨਾਲ ਚੱਲਦਾ ਹੈ ਜਾਂ ਅਪ ਸਾਈਡ ਕਰਨ ਨਾਲ ਚੱਲਦਾ ਹੈ ਜੀ। ਜਿੱਦਾਂ ਵੀ ਚੱਲਿਆ ਉਹਨੂੰ ਚਲਾਇਆ ਜੀ। ਇਸ ਕਰਕੇ ਨਹੀਂ ਕਿ ਉਹ ਪਾਰਟਿਸਿਪੇਟ ਨਹੀਂ ਕਰਨਾ ਚਾਹੁੰਦੇ ਸੀ। ਅਸੀਂ ਉਹੀ ਲੋਕ ਹਾਂ, ਅਸੀਂ ਉਹੀ ਕਮਿਊਨਿਟੀ ਹਾਂ, ਸਾਊਥ ਏਸ਼ੀਅਨ ਕਮਿਊਨਿਟੀ। ਜਦੋਂ ਅਸੀਂ ਆਪਣੇ ਮੁਲਕ 'ਚ ਦੇਖਦੇ ਹਾਂ, ਸਾਡੀ 70 to 80% ਵੋਟਿੰਗ ਰੇਸ਼ੋ ਹੈ ਬਾਏ ਪਾਪੂਲੇਸ਼ਨ। ਆਈ ਆਲਵੇਜ਼ ਸੇ ਦੈਟ। ਪਰ ਇੱਥੇ ਸਾਡੀ ਵੋਟਿੰਗ ਰੇਸ਼ੋ, ਮੈਨੂੰ 2013 'ਚ ਗੱਲ ਯਾਦ ਹੈ ਜਦੋਂ ਡਿਬਲਾਜ਼ੀਓ ਮੇਅਰ ਦੀ ਇਲੈਕਸ਼ਨ ਹੋਈ ਸੀ ਜੀ, ਉਦੋਂ ਤਕਰੀਬਨ 8 to 9% ਸਾਡੀ ਵੋਟਿੰਗ ਰੇਸ਼ੋ ਸੀ ਵਾਇਆ ਰਜਿਸਟ੍ਰੇਸ਼ਨ। ਅੱਛਾ ਜੀ।
ਹੌਲੀ ਹੌਲੀ ਸਾਡੀ ਵੋਟਿੰਗ ਰੇਸ਼ੋ ਵਧੀ ਹੈ, ਹੁਣ ਅਸੀਂ 15 to 17% ਦੇ ਲਾਗੇ ਤਾਗੇ ਹੈਗੇ ਆ ਜੀ। ਪਰ ਤੁਸੀਂ ਯਕੀਨ ਕਰੋ ਕਿ ਜੇ ਅਸੀਂ ਨਾਸੋ ਕਾਊਂਟੀ ਦੀ ਗੱਲ ਕਰੀਏ ਜਿੱਥੇ ਮੈਂ ਇਲੈਕਸ਼ਨ ਲੜ ਰਿਹਾ, ਟਾਊਨ ਆਫ ਨਾਰਥ ਹੈਮਸਟੈਡ ਦੀ ਗੱਲ ਕਰੀਏ ਤਾਂ 20% ਸਾਊਥ ਏਸ਼ੀਅਨ ਕਮਿਊਨਿਟੀ ਹੈ। ਅੱਛਾ ਜੀ। ਐਂਡ ਇਟਸ ਅ ਬਿਗ ਨੰਬਰ, ਇਟਸ ਅ ਬਿਗ ਨੰਬਰ ਜੀ। ਤੁਸੀਂ ਜੋ ਵੀ ਚਾਹੋ ਉਹ ਚੇਂਜ ਹੋ ਸਕਦਾ ਹੈ, ਜੋ ਵੀ ਚਾਹੋ। ਤੁਸੀਂ ਰੀਕਾਲ ਕਰਕੇ ਦੇਖੋ ਆਪਣੀ ਮੈਮਰੀ ਨੂੰ, ਥੋੜਾ ਜਿਹਾ ਪਿੱਛੇ ਜਾਈਏ, ਆਪਾਂ ਅੱਜ ਤੋਂ 10 ਸਾਲ ਪਿੱਛੇ ਜਾਈਏ ਹਰਜੋਤ ਜੀ, ਸਾਊਥ ਏਸ਼ੀਅਨਸ ਦੀ ਕੋਈ ਗੱਲ ਨਹੀਂ ਹੋਇਆ ਕਰਦੀ ਸੀ ਜੀ। ਵਾਈ ਆਲ ਆਫ ਅ ਸਡਨ ਐਵਰੀਵਨ ਸਟਾਰਟਸ ਟਾਕਿੰਗ ਅਬਾਊਟ ਸਾਊਥ ਏਸ਼ੀਅਨ? ਬਿਕਾਜ਼ ਨੰਬਰ ਟਾਕਸ, ਐਵਰੀਥਿੰਗ ਇਜ਼ ਅ ਨੰਬਰ, ਕਾਊਂਟਡ ਹੈਡ ਸਟਾਕਸ। ਜੀ। ਸਾਡੀ ਰਜਿਸਟ੍ਰੇਸ਼ਨਸ ਵਧੀ ਐਜ਼ ਏ ਰਜਿਸਟਰਡ ਵੋਟਰਸ, ਪਾਰਟੀ ਕੋਈ ਵੀ ਹੋਵੇ। ਜਿਨ ਨੰਬਰਸ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਇਕਨੋਮੀ ਵਿੱਚ ਪਾਰਟਿਸਿਪੇਸ਼ਨ ਦੀ ਤੁਸੀਂ ਗੱਲ ਨਹੀਂ ਕਰ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਐਜ਼ ਅ ਵੋਟਰ ਕਿੰਨਾ ਤੁਸੀਂ ਰਜਿਸਟਰਡ ਵੋਟਰ ਬੰਦੇ ਹੋ। ਯੈਸ, ਚਾਹੇ ਉਹ ਡੈਮੋਕ੍ਰੈਟ ਪਾਰਟੀ ਸੀ, ਚਾਹੇ ਉਹ ਰਿਪਬਲਿਕਨ ਪਾਰਟੀ ਸੀ, ਚਾਹੇ ਲਿਬਰਟੇਰੀਅਨ ਪਾਰਟੀ ਸੀ, ਵਰਕਿੰਗ ਫੈਮਿਲੀ ਸੀ, ਵੂਮਨਸ ਰਾਈਟ ਸੀ, ਕੋਈ ਵੀ ਪਾਰਟੀ ਸੀ, ਸਾਡੀ ਵੋਟਿੰਗ ਰਜਿਸਟ੍ਰੇਸ਼ਨ ਵਧੀ ਜੀ। ਬਟ ਹਾਂ, ਇੱਕ ਚੀਜ਼ ਹੋਰ ਮੈਂ ਸ਼ੇਅਰ ਕਰਨੀ ਚਾਹਨਾ, ਲਾਸਟ ਈਅਰ ਇਲੈਕਸ਼ਨ 'ਚ ਦੇਖਣ ਨੂੰ ਮਿਲਿਆ, ਕਿਉਂਕਿ ਅਸੀਂ ਪ੍ਰਾਇਮਰੀ ਇਲੈਕਸ਼ਨ ਲੜ ਰਹੇ ਸੀਗੇ, ਪਾਰਟੀ ਦੀ ਇੰਟਰਨਲ ਇਲੈਕਸ਼ਨ ਲੜ ਰਹੇ ਸੀ। ਮੇਰੇ ਬਹੁਤ ਸਾਰੇ ਦੋਸਤ, ਮੇਰੇ ਰਿਲੇਟਿਵਸ ਨੇ ਆ ਕੇ ਮੈਨੂੰ ਕਿਹਾ ਕਿ ਸਾਡੇ ਕੋਲੇ 6 ਵੋਟਾਂ ਨੇ ਘਰ 'ਚ, 6 ਰਜਿਸਟਰਡ ਵੋਟਸ ਨੇ ਜੀ। ਤੇ ਜਦੋਂ ਦੇਖਿਆ ਗਿਆ ਉਹ ਪਤਾ ਲੱਗਿਆ ਕਿ ਇੱਕ ਰਿਪਬਲਿਕਨ ਹੈ, 2 ਬਲੈਂਕ ਨੇ, ਇੱਕ ਇੰਡੀਪੈਂਡੈਂਟ ਹੈ, ਇੱਕ ਅਨਡਿਸਾਈਡਡ ਹੈ ਤੇ ਇੱਕੋ ਹੀ ਡੈਮੋਕ੍ਰੈਟ ਵੋਟਰ ਹੈ। ਸੋ ਮੈਂ ਉਹਨਾਂ ਨਾਲ ਡਿਸਕਸ ਕੀਤਾ ਬੈਠ ਕੇ, ਮੈਂ ਕਿਹਾ ਵੀ ਵਾਈ ਇਜ਼ ਦੈਟ ਸੋ ਜੀ। ਤੇ ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਪਤਾ ਹੀ ਨਹੀਂ, ਜਦੋਂ ਅਸੀਂ ਸਿਟੀਜ਼ਨ ਬਣੇ ਸੀ ਕੋਈ ਡੱਬਾ ਕਲਿੱਕ ਹੋ ਗਿਆ ਸੀ, ਸਾਨੂੰ ਕੋਈ ਨੌਲੇਜ ਨਹੀਂ ਸੀ ਵੀ ਕੀ ਹੋ ਰਿਹਾ। ਸੋ ਸਾਨੂੰ ਮਤਲਬ ਇੰਡੀਆ 'ਚ ਪ੍ਰੋਸੈਸ ਨਹੀਂ ਹੈਗਾ ਕਿ ਤੁਹਾਨੂੰ ਪਾਰਟੀ ਨਾਲ ਐਫੀਲੀਏਟ ਹੋਣਾ ਪੈਂਦਾ। ਸੋ ਦੇ ਹੈਵ ਨੋ ਕਲੂ। ਔਰ ਪ੍ਰਾਇਮਰੀ ਵਿੱਚ ਵੋਟ ਕਰਨ ਵਾਸਤੇ ਦੇ ਹੈਵ ਟੂ, ਜਿਹੜੀ ਪਾਰਟੀ ਦੀ ਪ੍ਰਾਇਮਰੀ ਹੋਵੇ, ਜੇ ਰਿਪਬਲਿਕਨ ਦੀ ਪ੍ਰਾਇਮਰੀ ਹੈ ਤਾਂ ਤੁਹਾਨੂੰ ਰਿਪਬਲਿਕਨ ਰਜਿਸਟਰਡ ਹੋਣਾ ਜ਼ਰੂਰੀ ਹੈ, ਜੇ ਡੈਮੋਕ੍ਰੈਟ ਦੀ ਪ੍ਰਾਇਮਰੀ ਹੈ ਤਾਂ ਤੁਹਾਨੂੰ ਡੈਮੋਕ੍ਰੈਟ ਰਜਿਸਟਰਡ ਹੋਣਾ ਜ਼ਰੂਰੀ ਹੈ, ਨਿਊਯਾਰਕ ਦੇ ਵਿੱਚ। ਸੋ ਮੈਂ ਉਹਨਾਂ ਨਾਲ ਬੈਠ ਕੇ ਗੱਲ ਡਿਸਕਸ ਕੀਤੀ, ਆਪਣਾ ਓਪੀਨੀਅਨ ਸ਼ੇਅਰ ਕੀਤਾ। ਦੇ ਐਗਰੀ, they said okay, now we understand whichever party we belongs to, we go with that party, at least we have the block to vote for ji. So that is how the empowerment is. So we need to sit with our people, we need to make sure that they understand too, we need to make sure that we are delivering the right words too. ਬਹੁਤ ਸਾਰੀਆਂ ਚੀਜ਼ਾਂ ਨੇ ਹਰਜੋਤ ਜੀ, ਜਿਹੜੀਆਂ ਛੋਟੀਆਂ ਚੀਜ਼ਾਂ ਨੇ, ਬੇਸਿਕ ਲੈਵਲ ਤੋਂ ਅਸੀਂ ਸ਼ੁਰੂ ਕਰਕੇ ਦੇਖੀਏ ਤਾਂ ਇਟ ਮੈਟਰਸ। ਜੇ ਅਸੀਂ ਅੱਜ ਸੀਰੀਅਸ ਨਹੀਂ ਹੋਵਾਂਗੇ ਆਪਣੇ ਪੋਲੀਟੀਕਲ ਪ੍ਰੋਸੈਸ ਲਈ, ਸਾਡੇ ਬੱਚਿਆਂ ਦਾ ਫਿਊਚਰ ਸਟੇਕ ਤੇ ਆ ਟੁਮਾਰੋ। ਵੀ ਨੀਡ ਟੂ ਸੀਰੀਅਸ ਐਨਫ ਜੀ। ਅਸੀਂ ਆਪਣੇ ਆਪ ਨਾਲ ਇਹ ਵਾਅਦਾ ਕਰੀਏ ਕਿ ਅਸੀਂ 2 ਤੋਂ 3 ਜਾਂ 5 ਬੰਦਿਆਂ ਨੂੰ ਐਮਪਾਵਰ ਕਰਨਾ ਸ਼ੁਰੂ ਕਰੀਏ ਜੀ, ਚਾਹੇ 1 ਮਹੀਨੇ 'ਚ ਕਰੀਏ, ਕੋਈ ਪ੍ਰੋਬਲਮ ਨਹੀਂ, ਕਿਉਂਕਿ ਨੰਬਰਸ ਜਦੋਂ ਮਲਟੀਪਲਾਈ ਹੁੰਦੇ ਨੇ ਇਟ ਬਿਕਮਸ ਅ ਬਿਗ ਨੰਬਰ। ਸੰਜੀਵ ਜੀ, ਤੁਸੀਂ ਫਿਊਚਰ ਦੀ ਗੱਲ ਕੀਤੀ, ਆਪਣੇ ਬੱਚਿਆਂ ਦੀ ਗੱਲ ਕੀਤੀ। ਮੈਂ ਚਾਹੁੰਦਾ ਕਿ ਤੁਸੀਂ ਸਾਡੇ ਵਿਊਅਰਸ ਨੂੰ ਇਹ ਗੱਲ ਹੋਰ ਇਲੈਬੋਰੇਟ ਕਰਕੇ ਸਮਝਾਓ ਕਿਉਂ ਇਹ ਪਾਰਟਿਸਿਪੇਸ਼ਨ ਇੰਪੋਰਟੈਂਟ ਹੈ। US ਵਿੱਚ ਕਿਹਾ ਜਾਂਦਾ ਹੈ ਕਿ ਤੁਹਾਡਾ ਜਿਹੜਾ ਫਿਊਚਰ ਹੈ ਉਹ ਤੁਹਾਡਾ ਜ਼ਿਪ ਕੋਡ ਡਿਸਾਈਡ ਕਰਦਾ ਹੈ। ਉਹ ਇਸ ਕਰਕੇ ਕਿਹਾ ਜਾਂਦਾ ਹੈ ਕਿ ਉਹ ਜਿਹੜੀ ਗਵਰਨਮੈਂਟ ਦੀ ਜਿਹੜੀ ਫੰਡਿੰਗ ਹੈ, ਗਵਰਨਮੈਂਟ ਦੇ ਜਿਹੜੇ ਰਿਸੋਰਸਿਸ ਹਨ, ਉਹ ਜ਼ਿਪ ਕੋਡ ਦੇ ਕੇ ਯੂਜ਼ ਕੀਤੇ ਜਾਂਦੇ ਨੇ। ਦਿਸ ਇਜ਼ ਅ ਨੋਨ ਫੈਕਟ। ਔਰ ਉਹ ਤੁਸੀਂ ਕਿਵੇਂ ਚੇਂਜ ਕਰਦੇ ਹੋ, ਉਹ ਡਿਮਾਂਡ ਤੁਸੀਂ ਕਿਵੇਂ ਆਪਣੇ ਵਾਸਤੇ ਸੈਟਲ ਕਰਵਾਉਂਦੇ ਹੋ, ਦੈਟ ਹੈਪਨਸ ਥਰੂ ਨੰਬਰਸ। ਤੁਸੀਂ ਇਹਦੇ ਉੱਪਰ ਥੋੜੀ ਰੋਸ਼ਨੀ ਪਾਓਗੇ? ਹੋਰ ਦੇਖੋ, ਮੈਂ ਮੇਰੇ ਸਾਰੇ ਵਿਊਅਰਸ ਨਾਲ ਇੱਕ ਚੀਜ਼ ਡਿਸਕਸ ਕਰਨਾ ਚਾਹੁੰਦਾ। 2 ਸ਼ਬਦ ਨੇ, ਇੱਕ ਬਲੌਕਬਸਟਿੰਗ ਤੇ ਇੱਕ ਸਟੀਅਰਿੰਗ ਜੀ, ਜਿਹੜੇ ਕਿ ਦੋਨੋਂ ਸਾਡਾ ਸੰਵਿਧਾਨ, ਸਾਡੀ ਕਨਸਟੀਟਿਊਸ਼ਨ ਅਲਾਉ ਨਹੀਂ ਕਰਦਾ। ਅੱਛਾ ਜੀ। ਜਿਹੜੀ ਜ਼ਿਪ ਕੋਡ ਦੀ ਤੁਸੀਂ ਗੱਲ ਕੀਤੀ ਹੈ ਜੀ, ਤੁਸੀਂ ਆਪਣੇ ਸਟੇਟ ਆਫ ਮਾਈਂਡ ਨਾਲ ਇਹ ਗੱਲ ਬਿਲਕੁਲ ਠੀਕ ਕਹੀ ਹੋ ਸਕਦੀ ਹੈ, ਪਰ ਮੇਰਾ ਇਹ ਮੰਨਣਾ ਹੈ ਕਿ ਐਵਰੀ ਐਜੂਕੇਸ਼ਨ ਇੰਸਟੀਟਿਊਸ਼ਨ ਇਜ਼ ਗੁੱਡ ਫॉर एवरीवन। ਅੱਛਾ ਜੀ। ਅਸੀਂ ਜ਼ਿਪ ਕੋਡ ਦੀ ਗੱਲ ਕਰਦੇ ਹਾਂ, ਅਸੀਂ ਫੰਡਿੰਗ ਦੀ ਗੱਲ ਕਰਦੇ ਹਾਂ, ਚਾਹੇ ਉਹ ਸਟੇਟ ਤੋਂ ਫੰਡਿੰਗ ਹੋਵੇ, ਚਾਹੇ ਕਾਊਂਟੀ ਤੋਂ ਹੋਵੇ, ਚਾਹੇ ਸਿਟੀ ਵਾਈਡ ਫੰਡਿੰਗ ਹੋਵੇ। ਜਦੋਂ ਫੰਡਿੰਗ ਸਾਡੀ ਕਮਿਊਨਿਟੀ 'ਚ ਆਉਂਦੀਆਂ ਨੇ, ਉਹ ਫੰਡਿੰਗ ਪ੍ਰੋਪਰ ਡਿਸਟ੍ਰੀਬਿਊਟ ਹੋਣੀਆਂ ਚਾਹੀਦੀਆਂ ਨੇ। ਉਹਨਾਂ ਦਾ ਇੱਕ ਇੱਦਾਂ ਨਹੀਂ ਕਿ ਇੱਕ ਛੋਟੇ ਪਲਾਨ ਨਾਲ ਤੁਸੀਂ ਚੱਲਦੇ ਹੋ, ਤੁਹਾਨੂੰ ਇੱਕ ਕੰਪਰੀਹੈਂਸਿਵ ਰਿਫਾਰਮਸ ਚਾਹੀਦੇ ਨੇ ਇਕੱਲੀ ਚੀਜ਼ ਨੂੰ ਜੀ। ਆਈ ਡਿਡ ਮਾਈ ਇੰਜੀਨੀਅਰਿੰਗ ਇਨ 98 ਐਂਡ ਆਈ ਡਿਡ ਇਟ ਇਨ ਟਾਊਨ ਐਂਡ ਕੰਟਰੀ ਪਲੈਨਿੰਗ ਜੀ। I learned the hard way
ਕਿ ਜਦੋਂ ਤੁਸੀਂ ਇੱਕ ਚੀਜ਼ ਨੂੰ ਛੇੜਦੇ ਹੋ ਉਹਦੇ ਮਲਟੀਪਲ ਚੇਨਸ ਇਫੈਕਟ ਹੁੰਦੇ ਨੇ ਜੀ। ਇਸ ਕਰਕੇ ਤੁਹਾਨੂੰ ਇੱਕ ਕੰਪਰੀਹੈਂਸਿਵ ਪਲਾਨ ਬਣਾ ਕੇ ਚੱਲਣ ਦੀ ਜ਼ਰੂਰਤ ਹੈ। ਮੇਰੇ ਡਿਸਟ੍ਰਿਕਟ ਦੇ ਵਿੱਚ ਯੂਨੀਅਨ ਡੇਲ ਵੀ ਆਉਂਦਾ ਤੇ ਮੇਰੇ ਡਿਸਟ੍ਰਿਕਟ ਦੇ ਵਿੱਚ ਵੈਸਟ ਹੈਮਸਟੈਡ ਵੀ ਆਉਂਦਾ, ਮੇਰੇ ਡਿਸਟ੍ਰਿਕਟ ਦੇ ਵਿੱਚ ਕਾਰਲ ਪਲੇਸ ਵੀ ਆਉਂਦਾ ਜੀ। ਸੋ ਆਈ ਵੁੱਡ ਲਾਈਕ ਟੂ ਮੇਕ ਸ਼ੋਰ ਕਿ ਕੋਈ ਵੀ ਮੇਰਾ ਜਿਹੜਾ ਪ੍ਰਾਊਡ ਸਿਟੀਜ਼ਨ ਹੈ ਜਾਂ ਕੰਸਟੀਚੁਐਂਟ ਹੈ ਉਹ ਕਾਰਲ ਪਲੇਸ ਜਾਣ ਤੋਂ ਪਹਿਲਾਂ ਇਹ ਨਾ ਸੋਚੇ ਕਿ ਮੈਨੂੰ ਮੇਰੇ ਬੱਚਿਆਂ ਨੂੰ ਗੁੱਡ ਐਜੂਕੇਸ਼ਨ ਨਹੀਂ ਮਿਲਣੀ। ਆਈ ਵਿਲ ਮੇਕ ਸ਼ੋਰ ਜੀ ਕਿ it has to be a uniform. It's not going to be get a discriminate on the basis of the zip code. No, it's not going to work like that. ਜੇ ਅਸੀਂ ਇਸ ਤਰੀਕੇ ਨਾਲ ਹੀ ਕੰਮ ਕਰਾਂਗੇ ਤਾਂ ਫਿਰ ਕਦੇ ਵੀ ਕੰਮ get it done ਨਹੀਂ ਹੋ ਸਕਦਾ। We don't belongs to the left wing or we don't belongs to the right wing. My concern is I am a moderate Democrat. I'm a common sense Democrat. I'm engineer by academic qualification. ਮੇਰਾ purpose as a community activist ਕਿ ਸਾਡੇ ਜਿਹੜੇ ਸਕੂਲਸ ਨੇ, ਮੇਰੀ ਮਮ ਟੀਚਰ ਸੀ, ਉਹਨਾਂ ਨੇ ਸਾਨੂੰ ਇੱਕੋ ਹੀ ਚੀਜ਼ ਸਿਖਾਈ ਕਿ ਐਜੂਕੇਸ਼ਨ ਇਜ਼ ਦਾ ਮੋਸਟ ਪਾਵਰਫੁਲ ਵੈਪਨ ਇਨ ਦਾ ਵਰਲਡ। ਸਾਨੂੰ ਇਹੀ ਵਿਰਾਸਤ 'ਚ ਮਿਲਿਆ ਜੀ। ਸੋ ਅਸੀਂ ਇਹੀ ਚਾਹੁੰਦੇ ਹਾਂ ਕਿ ਬੱਚੇ ਜਿਹੜੇ ਨੇ ਨਾ ਉਹਨਾਂ ਨੂੰ ਇਕੁਅਲੀ ਫੇਅਰ ਟ੍ਰੀਟ ਕੀਤਾ ਜਾਵੇ। ਪਹਿਲੀ ਗੱਲ, ਸਕੂਲਾਂ 'ਚ ਪੀਸ ਐਜੂਕੇਸ਼ਨ ਜ਼ਰੂਰ ਐਲੀਮੈਂਟਰੀ ਸਕੂਲ ਤੋਂ ਦਿੱਤੀ ਜਾਵੇ। ਵਾਈ? ਜਿਹੜਾ ਕ੍ਰਾਈਮ ਹੋ ਰਿਹਾ, ਮੈਂਟਲ ਹੈਲਥ ਦੇ ਇਸ਼ੂਜ਼ ਹੋ ਰਹੇ ਨੇ, ਉਹ ਨਾ ਹੋਣ ਜੀ। ਜਦੋਂ ਅਸੀਂ ਹਾਈ ਸਕੂਲ ਗ੍ਰੈਜੂਏਟ ਹੁੰਦੇ ਹਾਂ, ਅਸੀਂ ਡਿਫਰੈਂਟ ਚੀਜ਼ਾਂ 'ਚ ਇਨਵੋਲਵ ਹੁੰਦੇ ਹਾਂ। ਫਾਈਨੈਂਸ਼ੀਅਲ ਲਿਟਰੇਸੀ ਕਲਾਸਿਸ ਸਟਾਰਟਿੰਗ ਫਰੋਮ ਦਾ ਸਟਾਰਟ ਦਿੱਤੀਆਂ ਜਾਣ ਤਾਂ ਕਿ ਬੱਚਿਆਂ ਨੂੰ ਦੱਸਿਆ ਜਾਵੇ ਕਿ ਪ੍ਰੈਕਟੀਕੈਲਿਟੀ ਆਫ ਦਾ ਵਰਡ ਕੀ ਹੈਗਾ। ਮਨੀ ਮੇਕਿੰਗ ਇਜ਼ ਨਾਟ ਦਾ ਪ੍ਰੋਬਲਮ, ਟੂ ਕੀਪ ਦਾ ਮਨੀ ਇਜ਼ ਦਾ ਪ੍ਰੋਬਲਮ ਜੀ। ਇਹ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਬੱਚਿਆਂ ਨੂੰ ਸਾਡੇ ਸਿਸਟਮ 'ਚ ਪਤਾ ਹੋਣੀਆਂ ਜ਼ਰੂਰੀ ਨੇ। ਇਹ ਕਹਿਣ ਨੂੰ ਐਮਪਾਵਰਮੈਂਟ ਹੈ ਬਟ ਇਹ ਬੇਸਿਕ ਸਟੱਫ ਹੈ। ਫਿਰ ਪੋਲੀਟੀਕਲ ਸਿਸਟਮ 'ਚ ਬ੍ਰਾਂਚਿਸ ਕਿੱਦਾਂ ਕੰਮ ਕਰਦੀਆਂ ਨੇ ਜੀ, ਸਿਟੀ ਲੈਵਲ ਤੇ ਕਿੱਦਾਂ ਕੰਮ ਕਰਦੀਆਂ ਨੇ, ਫਿਰ ਸਟੇਟ ਲੈਵਲ ਤੇ, ਕਾਊਂਟੀ ਲੈਵਲ ਤੇ ਕਿੱਦਾਂ ਕੰਮ ਕਰਦੀਆਂ ਨੇ, ਫਿਰ ਅਸੀਂ ਜੇ ਫੈਡਰਲ ਲੈਵਲ ਤੇ ਗੱਲ ਕਰਦੇ ਹਾਂ ਉਹ ਬ੍ਰਾਂਚਿਸ ਕਿੱਦਾਂ ਕੰਮ ਕਰਦੀਆਂ ਨੇ, ਸਾਨੂੰ ਪਤਾ ਹੋਣਾ ਚਾਹੀਦਾ। ਵੀ ਨੀਡ ਟੂ ਗੈਟ ਇਨਵੋਲਵਡ ਆਵਰ ਕਿਡਸ। ਦੇयर ਇਜ਼ ਅ ਪੋਲੀਟੀਕਲ ਲਿਟਰੇਸੀ ਕੋਰਸਿਸ ਆਲਸੋ ਟੂ ਬੀ ਦੇਅਰ ਇਨ ਦਾ ਹਾਈ ਸਕੂਲ ਲੈਵਲ। ਇਹ ਆਪਸ਼ਨਲ ਹੋਣੇ ਚਾਹੀਦੇ ਨੇ, ਚਾਹੇ ਉਹਨਾਂ ਦੇ ਸਾਨੂੰ ਕ੍ਰੈਡਿਟ ਮਿਲਣ ਬਟ ਆਪਸ਼ਨਲ ਹੋਣੇ ਚਾਹੀਦੇ ਨੇ। ਜੇ ਅਸੀਂ ਉਹਨਾਂ ਦੇ ਕ੍ਰੈਡਿਟ ਨਹੀਂ ਦਿਆਂਗੇ, ਆਪਸ਼ਨਲ ਰੱਖ ਦਾਂਗੇ ਤਾਂ ਨੋਬਡੀ ਇਜ਼ ਗੋਇੰਗ ਟੂ ਟੇਕ ਇਟ। It should be optional but give some credit towards that one too। so ਸਾਡੇ ਬੱਚੇ empower ਹੋਣ, ਉਹਨਾਂ ਨੂੰ ਪਤਾ ਹੋਵੇ ਅਸੈਂਬਲੀ, ਸਟੇਟ ਅਸੈਂਬਲੀ ਕੀ ਚੀਜ਼ ਹੈ, ਸਟੇਟ ਸੈਨੇਟ ਕੀ ਚੀਜ਼ ਹੈ, ਅਸੀਂ ਜੁਡੀਸ਼ੀਅਲ ਡੈਲੀਗੇਟ ਲਈ ਰਨ ਕਰ ਰਹੇ ਹਾਂ ਉਹਦਾ ਕੀ ਮਤਲਬ ਹੈ, ਅਸੀਂ ਕਾਊਂਟੀ ਕਮੇਟੀ ਲਈ ਰਨ ਕਰ ਰਹੇ ਹਾਂ ਉਹਦਾ ਕੀ ਮਤਲਬ ਹੈ, ਅਸੀਂ ਡਿਸਟ੍ਰਿਕਟ ਲੀਡਰ ਦੀ ਪੋਜੀਸ਼ਨ ਲਈ ਰਨ ਕਰ ਰਹੇ ਹਾਂ ਉਹਦਾ ਕੀ ਪਰਪਸ ਆ, ਅਸੀਂ ਕਾਂਗਰੈਸ਼ਨਲ ਸੀਟ ਲਈ ਰਨ ਕਰ ਰਹੇ ਹਾਂ ਉਹਦਾ ਕੀ ਪਰਪਸ ਹੈ, ਲੈਜਿਸਲੇਟਰ ਆਫ ਦਾ ਕਾਊਂਟੀ ਰਨ ਕਰ ਰਹੇ ਹਾਂ ਉਹਦਾ ਕੀ ਮਤਲਬ ਹੈ। ਹਰ ਚੀਜ਼ ਦਾ ਥੋੜਾ ਬੇਸ ਉਹਨਾਂ ਨੂੰ ਪਤਾ ਹੋਣਾ ਜ਼ਰੂਰੀ ਹੈ। ਜਦੋਂ ਤੱਕ ਸਾਨੂੰ ਨਹੀਂ ਪਤਾ ਹੋਏਗਾ ਅਸੀਂ ਵੀ ਕੈਨ ਨਾਟ ਨੈਵਰ ਇਟਸ ਨਾਟ ਨੈਵਰ ਗੋਇੰਗ ਟੂ ਹੈਪਨ ਜੀ। ਤੇ ਐਵਰੀ ਈਅਰ ਇਟਸ ਅ ਇਲੈਕਸ਼ਨ ਈਅਰ, ਐਵਰੀ ਈਅਰ ਜੀ। ਜੂਨ ਪ੍ਰਾਇਮਰੀ ਤੇ ਨਵੰਬਰ ਚ ਜਨਰਲ, ਐਵਰੀ ਈਅਰ ਇਜ਼ ਇਲੈਕਸ਼ਨ ਈਅਰ। ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ। ਅਸੀਂ ਸਿਰਫ ਪ੍ਰੈਜ਼ੀਡੈਂਸ਼ੀਅਲ ਵਾਸਤੇ ਸੋਚਦੇ ਹਾਂ, ਜਦੋਂ ਪ੍ਰੈਜ਼ੀਡੈਂਸ਼ੀਅਲ ਈਅਰ ਹੁੰਦਾ ਵੀ ਆਲ ਕਮਸ ਆਊਟ ਇਨ ਦਾ ਨੰਬਰਸ ਐਂਡ ਵੋਟ ਐਂਡ ਅਗੇਨ 4 years we go to sleep। ਇਹ ਇੱਕ ਬਹੁਤ ਇੰਪੋਰਟੈਂਟ ਗੱਲ ਸੰਜੀਵ ਜੀ ਨੇ ਬੜੀ ਐਮਫਸਾਈਜ਼ ਕੀਤੀ। ਆਪਾਂ ਵੀ ਹਮੇਸ਼ਾ ਕਰਦੇ ਹਾਂ ਇਲੈਕਸ਼ਨ ਸਿਰਫ 4 ਸਾਲਾਂ ਵਿੱਚ ਨਹੀਂ ਹੁੰਦੀ, ਹਰ 2 ਸਾਲਾਂ ਵਿੱਚ ਤੁਹਾਡੀ ਕਾਂਗਰੈਸ਼ਨਲ ਇਲੈਕਸ਼ਨ ਹੁੰਦੀ ਹੈ। ਔਰ ਜਿਵੇਂ ਸੰਜੀਵ ਜੀ ਨੇ ਕਿਹਾ, ਉਸ ਦੇ ਇਲਾਵਾ ਵੀ ਬਹੁਤ ਸਾਰੀਆਂ ਲੋਕਲ ਇਲੈਕਸ਼ਨ ਹਨ ਜੋ ਤੁਹਾਡੇ ਵਾਸਤੇ ਜ਼ਿਆਦਾ ਮੈਟਰ ਕਰਦੀਆਂ ਹਨ, ਹਰ ਸਾਲ ਹੁੰਦੀਆਂ ਹਨ ਔਰ ਤੁਹਾਡੀ ਪਾਰਟਿਸਿਪੇਸ਼ਨ ਉਹਨਾਂ ਵਿੱਚ ਜ਼ਰੂਰੀ ਹੈ। ਅਸੀਂ ਇਹ ਗੱਲ ਜਾਰੀ ਰੱਖਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ। ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ। ਫਾਰਵਰਡ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਸੰਜੀਵ ਜੀ, ਤੁਹਾਡੇ ਓਰੀਜਨਲ ਵਿਚਾਰ ਦੇਖ ਕੇ, ਤੁਹਾਡੇ ਆਈਡੀਆਜ਼ ਦੇਖ ਕੇ ਹਮੇਸ਼ਾ ਬੜਾ ਅੱਛਾ ਲੱਗਦਾ ਹੈ। ਸੰਜੀਵ ਜੀ, ਹੁਣੇ ਕੋਈ 3 ਬੜੀਆਂ ਇੰਪੋਰਟੈਂਟ ਸੁਪਰੀਮ ਕੋਰਟ ਡਿਸੀਜਨਸ ਆਏ ਨੇ ਲਾਸਟ ਮੰਥ, ਜਿਹੜੇ ਫੰਡਾਮੈਂਟਲੀ ਲਾਜ਼ ਨੂੰ ਚੇਂਜ ਕਰਦੇ ਨੇ ਇਸ ਕੰਟਰੀ ਵਿੱਚ। ਪਿਛਲੇ 50 100 ਸਾਲ ਤੋਂ ਜਿਹੜੇ ਲਾਜ਼ ਜਿਹੜੇ ਸੀਗੇ, ਜੋ ਗੁੱਡ ਲਾਅ ਸੀਗੇ, ਇੱਕ ਸੀਗਾ ਰੋ ਵੀ ਵੇਡ ਨੂੰ ਓਵਰਟਰਨ ਕੀਤਾ ਗਿਆ, ਇੱਕ ਗਨ ਕੰਟਰੋਲ ਦਾ ਇੱਕ ਲਾਅ ਸੀਗਾ ਪਿਛਲੇ 100 ਸਾਲਾਂ ਤੋਂ, ਨਿਊਯਾਰਕ ਦਾ ਇੱਕ ਲਾਅ ਸੀਗਾ, ਉਸ ਨੂੰ ਸੁਪਰੀਮ ਕੋਰਟ ਨੇ ਇਨਵੈਲੀਡੇਟ ਕਰਤਾ, ਔਰ ਇੱਕ ਹੋਰ ਡਿਸੀਜਨ ਜਿਸ ਦੇ ਨਾਲ ਜਿਹੜੀ ਕਲਾਈਮੇਟ ਦੀ ਰੈਗੂਲੇਸ਼ਨ ਹੈ ਉਹ ਹੋਰ ਔਖੀ ਕੀਤੀ ਗਈ ਹੈ ਇਸ ਮੁਲਕ ਵਿੱਚ। ਤੁਹਾਡੇ ਕੀ ਵਿਚਾਰ ਹਨ ਇਨ ਡਿਸੀਜਨਸ ਦੇ ਬਾਰੇ 'ਚ? ਮੇਰਾ ਤੁਹਾਨੂੰ ਇੱਕ ਕੁਐਸਚਨ ਹੈ ਜੀ। ਆਈ ਅੰਡਰਸਟੈਂਡ ਕਿ ਆਈ ਐਮ ਹੇਅਰ ਟੂ ਆਨਸਰ ਇਟ ਬਟ ਆਈ ਐਮ ਜਸਟ ਆਸਕਿੰਗ ਦਾ ਅਦਰ ਸਾਈਡ ਆਫ ਇਟ ਜੀ। ਰੋ ਵੇਡ ਦੀ ਜਦੋਂ ਗੱਲ ਕਰਦੇ ਹਾਂ ਜੀ,
ਮੇਰੀ ਮਮ ਨੇ, ਮੇਰੀ ਵਾਈਫ ਆ, ਮੇਰੀ ਸਿਸਟਰ ਆ ਜੀ, why not their decision matters? ਜੀ, I go with the pro choice. The reason is कि my body, my choice. ਜੀ, Somebody is going to take your hand away and it's not your choice. How it is possible? Somebody is going to take both of your eyes or take my eyes. It's not my choice. Why is that so? ਜੀ, Who gave them the right to do that? So ਸ਼ੁਰੂ ਤੋਂ ਮੈਂ, ਮੇਰੇ ਨਾਲ ਕਾਫੀ ਸੈਨੇਟਰਸ, ਕਾਫੀ ਅਸੈਂਬਲੀਮੈਨ, ਅਸੀਂ ਸ਼ੁਰੂ ਤੋਂ ਇਸ ਗੱਲ ਤੇ ਡਿਬੇਟ ਕਰ ਰਹੇ ਹਾਂ ਕਿ we need to stay with the pro choice until the fundamental rights are no value. ਤੁਸੀਂ ਕਹਿੰਦੇ ਹੋ ਕਿ freedom of speech ਹੈ ਜੀ, right? Then where is that freedom? If you are not coming on that part, where is that freedom? ਜੀ, It means you are a bounded labor. No, cannot do like that. It's not acceptable at all. ਜੀ, It means we need to get the permission to operate our body now. और जब आप फ्रीडम की गल करिए, अगर अपनी बॉडी ऊपर फ्रीडम नहीं है तो किस चीज़ ऊपर हैगी है, राइट? जी, That is exactly what I'm trying to, जी. share my point of view. जी, 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 If I have to get it operated and I have to get a permission from somebody, that can I? Come on. Are they going to dictate me that we need to operate your body without my consent? Are you agree with that? I don't. जी, जी, ਮੈਨੂੰ ਨਹੀਂ ਲੱਗਦਾ ਮੇਰੇ viewers ਮੇਰੇ ਨਾਲ disagree ਹੋਣਗੇ. ਜੀ, They going to agree with that. ਮੇਰੇ brother, ਮੇਰੇ sisters, ਸਾਡੀਆਂ families ਨੇ. ਜੀ. It's a pro choice. ਜੀ, 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 ਜੀ। ਤੇ ਸੰਜੀਵ ਜੀ, ਸੁਪਰੀਮ ਕੋਰਟ ਨੇ ਕਿਹਾ ਕਿ ਬਈ ਇੱਕ ਫੈਡਰਲ ਲਾਅ ਨਹੀਂ ਹੋਣਾ ਚਾਹੀਦਾ, ਸਟੇਟ ਲੈਵਲ ਤੇ ਇਹ ਗੱਲ ਜਿਹੜੀ ਹੈ ਉਸ ਨੂੰ ਹੈਂਡਲ ਕੀਤਾ ਜਾਏ। ਤੁਸੀਂ ਨਿਊਯਾਰਕ ਸਟੇਟ ਲੈਜਿਸਲੇਚਰ ਵਾਸਤੇ ਰਨ ਕਰ ਰਹੇ ਹੋ ਤੇ ਐਜ਼ ਅ ਕੈਂਡੀਡੇਟ ਐਂਡ ਐਜ਼ ਅ ਅਸੈਂਬਲੀਮੈਨ ਤੁਸੀਂ ਕਿਆ ਐਸੇ ਕੋਈ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰੋਗੇ? ਡੂ ਯੂ ਪ੍ਰਪੋਜ਼ ਜਿਸ ਦੇ ਵਿੱਚ ਜਿਹੜੇ ਇੱਕ ਔਰਤ ਦੇ ਫੰਡਾਮੈਂਟਲ ਰਾਈਟਸ ਹੈਗੇ? Definitely yes. Definitely yes. ਜੀ, ਜੀ, And there is few bills already on the table that is ready to signed by the governor. ਜੀ, And definitely we need to protect our rights. ਜੀ, And ਤੁਹਾਨੂੰ ਯਾਦ ਹੋਊਗਾ ਕੁਝ ਸਮਾਂ ਪਹਿਲਾਂ ਮੈਂ ਇਸੇ ਟੇਬਲ ਤੇ ਬੈਠ ਕੇ ਔਨ ਦੀ ਅਦਰ ਸਾਈਡ ਆਫ ਮੈਂ ਕੁਐਸਚਨ ਕਰਿਆ ਕਰਦਾ ਸੀ ਜੀ। ਤੇ ਪ੍ਰੋਗਰਾਮ ਦਾ ਨਾਮ ਸੀ ਨੋ ਯੋਰ ਰਾਈਟਸ। ਜੀ, ਜੀ, ਤੇ ਮੈਂ ਤਾਂ ਸ਼ੁਰੂ ਤੋਂ ਇਸ ਚੀਜ਼ ਦਾ ਬਹੁਤ ਬਿਗ ਐਡਵੋਕੇਟ ਹਾਂ ਕਿ ਡੈਫੀਨੇਟਲੀ ਸਾਨੂੰ ਆਪਣੇ ਰਾਈਟਸ ਲਈ ਫਾਈਟ ਕਰਨੀ ਚਾਹੀਦੀ ਹੈ। ਜੀ, Until unless we are not going to fight for our rights, it's not going to given us on the table. No, absolutely not. So we need to definitely fight for our rights. ਜੀ, 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 Nobody is going to give you on the plate. No, you need to ask for it. ਜੀ, ਜੀ। That's what I believe in. ਔਰ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਰਾਈਟਸ ਲਈ ਫਾਈਟ ਕਰਨ ਲਈ ਆਪਣੇ ਚੁਣਿੰਦਾ ਜਿਹੜੇ ਰਿਪਰੈਜ਼ੈਂਟੇਟਿਵਸ ਹਨ ਉਹ ਅੱਗੇ ਭੇਜੀਏ, ਉਹਨਾਂ ਨਾਲ ਖੜੇ ਹੋਈਏ। ਸੰਜੀਵ ਜੀ, ਇੱਕ ਹੋਰ ਜਿਹੜਾ ਡਿਸੀਜਨ ਹੈ ਸੁਪਰੀਮ ਕੋਰਟ ਦਾ ਜਿਸ ਨੇ ਬੜੇ ਫੰਡਾਮੈਂਟਲੀ ਸਾਰਿਆਂ ਵਿੱਚ ਇੱਕ ਇਨਸਿਕਿਉਰਿਟੀ ਜੀ ਪੈਦਾ ਕਰ ਦਿੱਤੀ ਹੈ ਐਟਲੀਸਟ ਇਸ ਸਟੇਟ ਵਿੱਚ, ਉਹ ਹੈਗਾ ਗਨ ਕੰਟਰੋਲ ਨੂੰ ਲੈ ਕੇ। ਸੁਪਰੀਮ ਕੋਰਟ ਨਿਊਯਾਰਕ ਸਟੇਟ ਦਾ ਇੱਕ ਲਾਅ ਸੀਗਾ, ਕੋਈ ਤਕਰੀਬਨ 100 ਸਾਲ ਤੋਂ ਜਿਹੜਾ ਲਾਅ ਸੀਗਾ ਓਪਨ ਕੈਰੀ ਨੂੰ ਲੈ ਕੇ, ਉਸ ਨੂੰ ਸੁਪਰੀਮ ਕੋਰਟ ਨੇ ਇਨਵੈਲੀਡੇਟ ਕਰਤਾ, ਕਿਹਾ ਕਿ ਇਟਸ ਅਗੇਂਸਟ ਦ ਸੈਕੰਡ ਅਮੈਂਡਮੈਂਟ। ਕੀ ਤੁਸੀਂ ਵੇਖਦੇ ਹੋ ਸੁਪਰੀਮ ਕੋਰਟ ਸਾਡੀ ਨਿਊਯਾਰਕ ਸਟੇਟ ਵਿੱਚ ਗਨ ਕੰਟਰੋਲ ਹਮੇਸ਼ਾ ਰਿਹਾ ਹੈ, ਸਟਰੋਂਗ ਰਿਹਾ ਹੈ ਅਦਰ ਦੈਨ ਕੰਪੇਅਰ ਟੂ ਅਦਰ ਸਟੇਟਸ? ਕੀ ਇੰਪਲੀਕੇਸ਼ਨ ਦੇਖਦੇ ਹੋ ਉਸ ਦੀ ਔਰ ਵਾਟਸ ਯੂਰ ਅਪਰੋਚ ਟੂ ਦੈਟ ਇਸ਼ੂ? ਮੈਨੂੰ ਛੋਟੀ ਜੀ ਗੱਲ ਯਾਦ ਆ ਗਈ ਤੁਹਾਡੇ ਨਾਲ ਗੱਲ ਕਰਦੇ ਹੋਏ। ਜੀ, ਗੋਸਟ ਗਨਸ। ਜੀ, ਰਾਈਟ। ਜੀ, I should be very thankful to our New York City DA ਕਿ ਉਹਨਾਂ ਨੇ ਇਹ ਮੁਹਿੰਮ ਚਲਾਈ, ਜੀ, ਮਲਿੰਡਾ ਕੈਟਸ ਨੇ, ਜੀ, ਕਿ ਜਿਹੜੀਆਂ ਗੋਸਟ ਗਨਸ ਸੀਗੀਆਂ ਉਹਨਾਂ ਨੂੰ ਕਲੈਕਟ ਕਰਨ ਲਈ। ਜੀ, ਤੇ ਬਹੁਤ ਸਾਰੇ ਲੋਕਾਂ ਨੇ ਵਿਲਿੰਗਲੀ ਸਰੈਂਡਰ ਕੀਤੀਆਂ। ਸੋ ਮਲਿੰਡਾ ਕੈਟਸ ਸਾਡੇ DA ਨਿਊਯਾਰਕ ਸਿਟੀ ਦੇ ਉਹ ਵਧਾਈ ਦੇ ਪਾਤਰ ਨੇ ਇਸ ਗੱਲ ਨੂੰ ਲੈ ਕੇ। ਜੀ, ਔਨ ਦੀ ਅਦਰ ਐਂਡ ਜਦੋਂ ਅਸੀਂ ਗਨ ਕੰਟਰੋਲ ਦੀ ਗੱਲ ਕਰਦੇ ਹਾਂ, I am a proud parent of 3 kids. ਜੀ, My mom and dad, we all live together, right? So 3 generations are living together in one family. ਜੀ,
ਸਾਡੇ 'ਚੋਂ ਇੱਕ ਜਣਾ ਵੀ ਕੋਈ ਬਾਹਰ ਜਾਂਦਾ ਨਾ, ਸਾਨੂੰ ਥੋੜਾ ਜਿਹਾ ਇਨਸਿਕਿਉਰਿਟੀ ਮਹਿਸੂਸ ਹੁੰਦੀ ਹੈ ਕਿ ਐਵਰੀਥਿੰਗ ਇਜ਼ ਓਕੇ ਜੀ, ਹੀ ਇਜ਼ ਗੋਇੰਗ ਟੂ ਕਮ ਹੋਮ ਸੇਫ ਜੀ। ਮੇਰਾ ਵੱਡਾ ਬੇਟਾ ਜਸਟ ਗ੍ਰੈਜੂਏਟ ਹੋਇਆ ਹਾਈ ਸਕੂਲ 'ਚੋਂ, ਜੀ। ਹੀ ਇਜ਼ ਗੋਇੰਗ ਟੂ ਕਾਲਜ ਅਪਸਟੇਟ ਨਿਊਯਾਰਕ। ਮੈਨੂੰ ਬੜੀ ਇਨਸਿਕਿਉਰਿਟੀ ਫੀਲ ਹੁੰਦੀ ਹੈ ਆਫਟਰ ਬਫਲੋਜ਼ ਇੰਸੀਡੈਂਟ, ਯੂ ਨੋ ਦੇਰ ਇਜ਼ ਅ ਮਾਸ ਸ਼ੂਟਿੰਗ, ਦੈਨ ਟੈਕਸਸ, ਯੂ ਨੋ। ਮੇਰਾ ਇੱਕ ਕੰਸਰਨ ਹੈ ਕਿ ਵਾਈ ਵੀ ਨੀਡ ਟੂ ਅਲਾਉ ਦ ਯੂ ਨੋ ਆਟੋਮੈਟਿਕ ਗਨਸ। ਜੀ। I understand, I'm not against the guns. जी। 1 bullet, 2 bullet, 3 bullet, 4 bullet for the protection of yourself. That's fine, understood, makes sense, no problem. I'm with you 100% on that. जी। But I'm absolutely against on the automation of it. 1 minute, 1 minute ਦੇ ਵਿੱਚ ਜੇ ਤੁਸੀਂ ਕਹੋ ਕਿ 40 bullets I'm going to shoot, for what? जी। You are not on the war. Right? You are not on the war, you are not sitting on the border that you got to kill in mass number of people. No. जी. It means we are on the stake. The human lives on the stake. जी। Why is that? So न्यूयॉर्क स्टेट ने बार रेज कीती है, एज लिमिट दी बार रेज कीती है, 18 to 21 कीती है, understood. But on the other hand we need to ban, completely ban on automation. Assault rifles. Assault rifles. जी। Cannot allow it, absolutely, it's a mass killing. If I have it or you have it, you just go in a shopping center because we are so crowded here downstate New York. जी। It's a mass killing. जी। And if you saw that video, that guy released it after the mass killing in the Buffalo. जी, जी। It's amazingly, you know, motivated from somewhere, I don't know where. But it's a so horrible incident happened in our communities. जी। मेरा बेटा अपस्टेट जा रहा है, I'm so worried about him that everything is going to be safe enough. जी, जी, जी। Not only New York, I understand I'm going to be a New York assembly person, but I am also against on the other states too. That humankind is one. जी। ਸਾਡੇ ਪਾਤਸ਼ਾਹ ਨੇ ਕਿਹਾ ਕਿ ਸੋ ਕਿਉਂ ਸਾਡੇ ਪਾਤਸ਼ਾਹ ਨੇ ਕਿਹਾ ਕਿ ਇੱਕ ਮਾਨਸ ਕੀ ਜਾਤ ਇੱਕ ਪਹਿਚਾਨ वो ਸੋ ਕਿਉਂ ਮੰਦਾ ਖੇਤ ਉਹ ਸਾਡੀ ਮਾਤਾ ਵਾਸਤੇ ਕਿਹਾ ਗਿਆ ਕਿ ਇੱਕ ਨੂਰ ਤੇ ਸਭ ਜਗ ਉਪਜਿਆ ਕਉ ਭਲੇ ਕੋ ਮੰਦੇ। ਕੋਈ ਵੀ ਮਾੜਾ ਕੋਈ ਵੀ ਚੰਗਾ ਨਹੀਂ ਜੀ, ਚੰਗੇ ਅਸੀਂ ਜਾਂ ਮਾੜੇ ਅਸੀਂ ਆ। ਪਰ ਜਦੋਂ ਅਸੀਂ ਗਨਸ ਲੈ ਕੇ ਮਾਰਕੀਟ 'ਚ ਜਾਂਦੇ ਆ, ਅਸੌਲਟ ਰਾਈਫਲ ਲੈ ਕੇ ਜਾਂਦੇ ਆ, ਤਾਂ ਡਜ਼ ਨਾਟ ਮੇਕ ਅ ਸੈਂਸ ਟੂ ਡੂ ਦੈਟ। ਜੀ ਜੀ। ਪਰ ਆਈ ਐਮ ਨਾਟ ਅਗੇਂਸਟ ਦ ਗਨਸ। ਹਾਂ, 1 bullet, 2 bullet, 5, 6, 7, 8, 10 bullets 1 by 1 ਤੁਸੀਂ ਸ਼ੂਟ ਕਰ ਸਕਦੇ ਹੋ, ਓਨਲੀ ਫॉर योर ਸੇਫਟੀ ਰੀਜ਼ਨਸ। ਜੀ ਜੀ। ਨਾਟ ਟੂ ਗੋ ਇਨ ਦਾ ਯੂ ਨੋ ਔਨ ਦਾ ਸ਼ਾਪਿੰਗ ਕੰਪਲੈਕਸਿਸ ਐਂਡ ਯੂ ਆਰ ਗੋਇੰਗ ਟੂ ਸ਼ੂਟ ਇਨ ਅ ਮਾਸ ਨੰਬਰ ਆਫ ਪੀਪਲ ਫॉर व्हाट? ਕੋਈ ਕਿਸੇ ਦਾ ਪੁੱਤ ਹੋਏਗਾ, ਕੋਈ ਕਿਸੇ ਦੀ ਧੀ ਹੋਏਗੀ, ਕੋਈ ਕਿਸੇ ਦਾ ਫਾਦਰ ਹੋਏਗਾ, ਯੂ ਨੋ ਇੱਕ ਬੰਦੇ ਦੇ ਜਾਣ ਨਾਲ ਇੱਕ ਫੈਮਿਲੀ ਅਨਾਥ ਹੋ ਜਾਂਦੀ ਹੈ। ਜੀ 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 ਜੀ। ਨਹੀਂ, ਇਹ ਬਹੁਤ ਇੰਪੋਰਟੈਂਟ ਇਸ਼ੂ ਹੈ ਔਰ ਕੰਟਰੀ ਬੜੀ ਡਿਵਾਈਡਡ ਹੈ ਇਸ ਇਸ਼ੂ 'ਤੇ। ਅਸੀਂ ਬੜੇ ਗਲੈਡ ਹਾਂ ਨਿਊਯਾਰਕ ਵਿੱਚ ਕਿ ਤੁਸੀਂ ਇਹ ਵਿਚਾਰ ਰੱਖਦੇ ਹੋ, ਔਰ ਅਸੀਂ ਯੂ ਨੋ ਐਜ਼ ਅ ਕਮਿਊਨਿਟੀ ਅਸੀਂ ਪੂਰੀ ਤਰ੍ਹਾਂ ਸਹਿਮਤੀ ਰੱਖਦੇ ਹਾਂ ਇਸ ਗੱਲ 'ਤੇ। ਯੂ ਨੋ ਕਈ ਲੋਕ ਇਹ ਕਹਿੰਦੇ ਨੇ, ਜਿਸ ਤਰ੍ਹਾਂ ਸਿੱਖ ਕਮਿਊਨਿਟੀ 'ਚ ਤੁਹਾਨੂੰ ਪਤਾ ਅਸੀਂ ਸੀਰੀਅਸ ਸਾਹਿਬ ਰੱਖਦੇ ਹਾਂ, ਉਹ ਕਈ ਕਹਿੰਦੇ ਕਿ ਬਈ ਅਸੀਂ ਯੂ ਨੋ ਅਸੀਂ ਹਥਿਆਰ ਨਾਲ ਕੋਈ ਇੰਨਾ ਉਸਦੇ ਅਗੇਂਸਟ ਨਹੀਂ ਹਾਂ। ਬਟ ਇਹ ਜਿਹੜਾ ਤੁਹਾਡਾ ਆਰਗੂਮੈਂਟ ਹੈ ਕਿ ਇਹੋ ਜਿਹੇ ਵੈਪਨਸ ਤੁਹਾਨੂੰ ਸੋਸਾਇਟੀ ਵਿੱਚ ਕਿਉਂ ਚਾਹੀਦੇ ਨੇ ਜਿਹੜੇ 40 ਟਾਈਮਸ ਯੂ ਨੋ ਇੱਕ ਬੁਲਟ ਇੱਕ ਸੈਕਿੰਡ ਹੀ ਚਲਾ ਦਿੰਦੇ ਨੇ। ਯੂ ਨੋ ਥੀਸ ਆਰ ਵੈਪਨਸ ਆਫ ਵਾਰ, these are not weapons that you need in the society. So ਜਿਹੜੀ assault rifles ਹੈਗੀ ਆ, ਇਹ ਸੈਮੀ ਆਟੋਮੈਟਿਕ ਜਿਹੜੇ ਰਾਈਫਲਸ ਹੈਗੀ ਆ, ਇਹਨਾਂ ਦੀ ਲੋੜ ਸਾਨੂੰ। ਸਿੰਘ ਸਾਹਿਬ, ਮੈਂ ਇੱਕ ਛੋਟੀ ਜੀ ਗੱਲ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਚਾਹੁੰਦਾ। ਤੁਸੀਂ ਕਿਹਾ ਕਿ ਅਸੀਂ ਸਿੱਖ ਕਮਿਊਨਿਟੀ ਸ਼੍ਰੀ ਸਾਹਿਬ ਰੱਖਦੇ ਹਾਂ ਜੀ। ਤੁਸੀਂ ਕਦੇ ਸੁਣਿਆ ਕਦੇ ਕਿਸੇ ਨੇ ਸ਼੍ਰੀ ਸਾਹਿਬ ਨਾਲ ਕਿਸੇ ਦਾ ਕਤਲ ਕਰ ਦਿੱਤਾ ਹੋਵੇ? ਜੀ ਜੀ, ਕਦੇ ਵੀ ਨਹੀਂ। ਜੀ ਜੀ। ਜੋ ਸਿੱਖ ਕਮਿਊਨਿਟੀ ਜਿੰਨੀ ਹੰਬਲ ਹੈ ਜੀ, $13 ਨਾਲ ਲੰਗਰ ਸ਼ੁਰੂ ਹੋਇਆ, ਅੱਜ ਤੱਕ ਲੰਗਰ ਕੰਟੀਨਿਊ ਹੈ। 13 ਰੁਪਏ ਨਾਲ, ਸੌਰੀ, ਆਮ ਸੌਰੀ, ਯੂ ਨੋ ਬਿਕੋਜ਼ ਡਾਲਰ ਕਨਵਰਸੇਸ਼ਨ ਇਜ਼, ਆਮ ਸੌਰੀ।
ਉਹ ਅੱਜ ਤੱਕ ਪ੍ਰਥਾ ਕੰਟੀਨਿਊ ਹੈ। ਕਿਤੇ ਵੀ ਕਿਸੇ ਵੀ ਕੰਟਰੀ 'ਚ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਸਿੰਘ ਸਾਹਿਬਾਨ ਉੱਥੇ ਖੜੇ ਮਿਲਦੇ ਨੇ ਤੁਹਾਨੂੰ ਤੇ ਤੁਸੀਂ ਸੁਣਿਆ ਕਦੇ ਸ਼੍ਰੀ ਸਾਹਿਬ ਨਾਲ ਕਿਸੇ ਦਾ ਕਤਲ ਹੋ ਗਿਆ ਹੋਵੇ? ਜੀ ਨਹੀਂ, ਕਦੇ ਵੀ ਨਹੀਂ। ਇਹ ਸਾਨੂੰ ਗੁਰੂ ਮਹਾਰਾਜ ਦੀ ਦੇਣ ਆ। ਉਹਨਾਂ ਨੇ ਕਿਹਾ ਸੀ ਕਿ ਤੁਹਾਡੀ ਸੇਫਟੀ ਵਾਸਤੇ ਹੈ, ਸਾਨੂੰ ਕੜਾ ਵੀ ਦਿੱਤਾ ਗਿਆ ਸੀ ਜੀ, ਉਹ ਵੀ ਸਾਡੀ ਸੇਫਟੀ ਵਾਸਤੇ ਦਿੱਤਾ ਗਿਆ ਸੀ। ਸਰ ਇਹ ਬਿਲਕੁਲ ਹੀ ਡਿਫਰੈਂਟ ਆਰਗੂਮੈਂਟ ਆ। ਟਰਸਟ ਮੀ ਕਿ ਅਸੀਂ ਅਸੌਲਟ ਰਾਈਫਲ ਲੈ ਕੇ ਜਾਣੀ ਹੈ ਜਾਂ ਮਾਊਜ਼ਰ ਲੈ ਕੇ ਜਾਣਾ ਹੈ ਜਾਂ ਗਨ ਲੈ ਕੇ ਜਾਣੀ ਹੈ ਜਾਂ ਪਿਸਟਲ ਲੈ ਕੇ ਜਾਣੀ ਹੈ, ਇਹ ਬਿਲਕੁਲ ਹੀ ਡਿਫਰੈਂਟ ਟੌਪਿਕ ਹੈ ਤੇ ਬਿਲਕੁਲ ਇਸ ਟੌਪਿਕ ਨੂੰ ਬਿਲਕੁਲ ਬੰਦ ਕਰਨਾ ਚਾਹੀਦਾ। ਅਸੀਂ ਪਿਸਟਲ ਰੱਖ ਸਕਦੇ ਹਾਂ, ਨੋ ਪ੍ਰੋਬਲਮ, ਬਟ ਵਿਦ ਦਾ ਲਾਇਸੈਂਸ ਐਂਡ ਵਿਦ ਆਲ ਦਾ ਅਥਾਰਟੀਜ਼ ਐਂਡ ਓਨਲੀ ਫॉर आवर ਪ੍ਰੋਟੈਕਸ਼ਨ। ਜੀ ਜੀ ਜੀ, ਅਸੀਂ ਇਹ ਗੱਲ ਜਾਰੀ ਰੱਖਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ। ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ। ਦ ਵੇ ਫਾਰਵਰਡ ਇਸ ਤੁਹਾਡਾ ਫਿਰ ਤੋਂ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਸੰਜੀਵ ਜੀ, ਤੁਹਾਡੀ ਮੈਂ ਪਹਿਲਾਂ ਵੀ ਕਿਹਾ, ਸਾਰੀ ਗੱਲਾਂ ਸੁਣ ਕੇ ਬੜਾ ਅੱਛਾ ਲੱਗਦਾ ਹੈ, ਬੜਾ ਇਨਕਰੇਜਮੈਂਟ ਫੀਲ ਹੁੰਦੀ ਹੈ ਕਿ ਕਮਿਊਨਿਟੀ ਦਾ ਇੱਕ ਮੈਂਬਰ ਸਾਹਮਣੇ ਆਏ, ਬਾਹਰ ਆਏ ਔਰ ਇਹ ਸਕਸੈਸ ਜਿਹੜੀ ਹੈ ਉਹ ਅਚੀਵ ਕਰਦੇ ਪਏ ਨੇ। ਅਸੀਂ ਇਹ ਅੰਡਰਸਟੈਂਡ ਕਰਦੇ ਹਾਂ ਕਿ ਤੁਹਾਨੂੰ ਡੈਮੋਕ੍ਰੈਟਿਕ ਪਾਰਟੀ ਨੇ ਰਿਕਗਨਾਈਜ਼ ਕੀਤਾ ਫॉर ਦਿਸ ਪੋਜੀਸ਼ਨ, ਤੁਸੀਂ ਪਾਰਟੀ ਦੇ ਕੈਂਡੀਡੇਟ ਹੈਗੇ ਹੋ। ਸੰਜੀਵ ਜੀ, ਥੋੜਾ ਆਪਣੇ ਬਾਰੇ ਵਿੱਚ ਸਾਨੂੰ ਹੋਰ ਦੱਸੋ। ਯੂ ਨੋ ਆਈ ਅੰਡਰਸਟੈਂਡ ਯੂ ਆਰ ਐਨ ਇੰਜੀਨੀਅਰ ਬਾਈ ਟ੍ਰੇਨਿੰਗ, ਇਜ਼ ਦੈਟ ਰਾਈਟ? ਯੈਸ, that is correct। ਇੱਕ ਕਿਸ ਚੀਜ਼ ਦੀ ਤੁਸੀਂ ਇੰਜੀਨੀਅਰਿੰਗ ਕੀਤੀ ਹੈ, ਕਦ ਕੀਤੀ ਹੈ, ਥੋੜਾ ਜਿਹਾ ਦੱਸੋਗੇ ਸਾਨੂੰ? ਮੈਂ 98 ਪਾਸ ਆਊਟ ਹਾਂ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ, ਐਜ਼ ਟਾਊਨ ਐਂਡ ਕੰਟਰੀ ਪਲੈਨਿੰਗ ਇੰਜੀਨੀਅਰ, ਬੀਟੈਕ। ਅੱਛਾ ਜੀ, ਵੈਰੀ ਨਾਈਸ। ਜਦੋਂ ਅਸੀਂ ਇੰਜੀਨੀਅਰਿੰਗ ਕੀਤੀ, ਛੋਟੀ ਜਿਹੀ ਸਟੋਰੀ ਸ਼ੇਅਰ ਕਰਦਾ ਤੁਹਾਡੇ ਨਾਲ। ਜਦੋਂ ਅਸੀਂ ਇੰਜੀਨੀਅਰਿੰਗ ਕੀਤੀ ਉਦੋਂ ਟਾਊਨ ਪਲੈਨਿੰਗ ਇਜ਼ ਨਾਟ ਦੈਟ ਕਾਮਨ ਪ੍ਰੈਕਟਿਸ ਇਨ ਬੈਕ ਹੋਮ। ਅੱਛਾ ਜੀ। ਸੋ ਹੁਣ ਤੁਹਾਨੂੰ ਮਤਲਬ ਤੁਹਾਡੇ ਸਾਹਮਣੇ ਹੈ ਕਿ ਪੂਡਾ, ਗਮਾਡਾ, ਹੁਡਾ, ਦੇਰ ਇਜ਼ ਸੋ ਮੈਨੀ ਆਰਗੇਨਾਈਜੇਸ਼ਨ, DDA ਦਿੱਲੀ ਡਿਵੈਲਪਮੈਂਟ ਅਥਾਰਟੀ, ਪੂਡਾ ਇਜ਼ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ, ਯੂ ਨੋ ਗਮਾਡਾ ਇਜ਼ ਗ੍ਰੇਟਰ ਏਰੀਆ ਮੋਹਾਲੀ ਡਿਵੈਲਪਮੈਂਟ ਅਥਾਰਟੀ। ਇਹ ਸਾਰੀਆਂ ਹੁਣ ਸਾਨੂੰ ਪਤਾ ਲੱਗ ਗਿਆ ਕਿਉਂਕਿ ਹੁਣ ਸਾਰਾ ਕੁਝ ਇੱਕ ਪਲਾਨ ਦੇ ਤਹਿਤ ਕੰਮ ਹੋਣਾ ਸ਼ੁਰੂ ਹੋ ਗਿਆ ਕਿ ਹਰ ਚੀਜ਼ ਦੀ ਇੱਕ ਅਪਰੂਵਲ ਦੀ ਲੋੜ ਹੈਗੀ ਹੈ। ਦੈਟ ਇਜ਼ ਅ ਪਲੈਨਿੰਗ ਮੀਨਸ ਯੂ ਨੋ ਯੂ ਆਰ ਡਿਜ਼ਾਈਨਿੰਗ ਬੇਸਿਕਲੀ ਕਿ ਜੇ ਤੁਸੀਂ ਇੱਕ ਸਿਟੀ ਡਿਜ਼ਾਈਨ ਕਰਨ ਲੱਗੇ ਹੋ ਨਾ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ, ਜਿੱਦਾਂ ਚੰਡੀਗੜ੍ਹ ਇਜ਼ ਅ ਪਲੈਨਡ ਸਿਟੀ, ਰਾਈਟ, ਕਿ ਤੁਹਾਡੀਆਂ ਅਮੈਨਿਟੀਜ਼ ਕਿੱਥੇ ਆਉਣੀਆਂ ਨੇ, ਤੁਸੀਂ ਰੈਜ਼ੀਡੈਂਸ਼ੀਅਲ ਏਰੀਆ ਕਿੱਥੇ ਆਏਗਾ, ਤੁਹਾਡਾ ਕਮਰਸ਼ੀਅਲ ਸਪੇਸਿਸ ਕਿੱਥੇ ਆਉਣਗੀਆਂ, ਤੁਹਾਡੇ ਇੰਸਟੀਟਿਊਸ਼ਨਸ ਕਿੱਥੇ ਆਉਣੇ ਨੇ, ਤੁਹਾਡੇ ਹਰ ਚੀਜ਼ ਮਤਲਬ ਫੈਸਿਲਿਟੀਜ਼ ਜਿਹੜੀਆਂ ਪਬਲਿਕ ਸਰਵਿਸ ਫੈਸਿਲਿਟੀਜ਼ ਨੇ ਉਹ ਕਿੱਥੇ ਆਉਣੀਆਂ ਨੇ, ਕਿੰਨਾ ਡਿਸਟੈਂਸ ਹੋਣਾ ਜ਼ਰੂਰੀ ਹੈ, ਹਾਊ ਦਾ ਲੇਆਊਟ ਸ਼ੁੱਡ ਬੀ, ਹਾਊ ਦਾ ਵਿੰਡ ਇਜ਼ ਗੋਇੰਗ ਟੂ ਫਲੋ ਐਂਡ ਥੋੜ੍ਹੇ ਪ੍ਰੋਪਰ ਸਰਵੇਜ਼ ਹੋਣੇ ਜ਼ਰੂਰੀ ਨੇ। ਇੱਦਾਂ ਨਹੀਂ ਹੈ ਕਿ ਮਤਲਬ ਇਸੇ ਲਈ ਮੈਂ ਰਿਲੇਟ ਕਰਦਾ ਉਹਨੂੰ ਪੋਲੀਟਿਕਸ ਦੇ ਨਾਲ ਬੜੀ ਵਾਰੀ ਕਿ ਇੱਦਾਂ ਨਹੀਂ, ਕਿਉਂਕਿ ਪੋਲੀਟਿਕਸ ਵੀ ਪਬਲਿਕ ਵਾਸਤੇ ਹੈ ਜੀ। ਕਿਉਂਕਿ ਪਬਲਿਕ ਸਰਵਿਸ ਲਈ ਤੁਸੀਂ ਰਨ ਕਰ ਰਹੇ ਹੋ, ਪਬਲਿਕ ਆਫਿਸ ਲਈ ਰਨ ਕਰ ਰਹੇ ਹੋ, ਤੁਸੀਂ ਬੇਸਿਕਲੀ ਪਬਲਿਕ ਦੇ ਸਰਵੈਂਟ ਹੋ। ਜੇ ਸਹੀ ਮਾਇਨਿਆਂ 'ਚ ਮੈਂ ਬਿਲਕੁਲ ਡਿਕਟੇਟ ਕਰਾਂ ਕਿ ਤੁਸੀਂ ਪਬਲਿਕ ਦੇ ਨੌਕਰ ਦੀ ਭੂਮਿਕਾ ਨਿਭਾ ਰਹੇ ਹੋ, ਪਬਲਿਕ ਨੂੰ ਰਿਪਰੈਜ਼ੈਂਟ ਕਰ ਰਹੇ ਹੋ। ਉਹਨਾਂ ਨੂੰ ਕੋਈ ਜ਼ਰੂਰਤ ਹੈ ਤੁਹਾਡੇ ਕੋਲ ਆ ਕੇ ਕੰਮ ਵਾਸਤੇ ਕਹਿੰਦੇ ਨੇ ਤੇ ਤੁਸੀਂ ਉਹ ਮਸਲਾ ਆਪਣੀ ਅਸੈਂਬਲੀ 'ਚ ਰੱਖਦੇ ਹੋ, ਲੈਜਿਸਲੇਸ਼ਨ 'ਚ ਰੱਖਦੇ ਹੋ, ਉਹਨੂੰ ਪਾਸ ਕਰਵਾਉਂਦੇ ਹੋ ਫॉर द ਬੈਟਰਮੈਂਟ ਆਫ ਦ ਪਬਲਿਕ, ਨਾਟ ਫॉर yourself। ਇੱਦਾਂ ਹੀ ਟਾਊਨ ਪਲੈਨਿੰਗ ਹੈ ਜੀ। ਤੁਸੀਂ ਬੈਟਰਮੈਂਟ ਆਫ ਦਾ ਪਬਲਿਕ ਲਈ ਕੰਮ ਕਰਦੇ ਹੋ, ਨਾ ਕਿ ਤੁਸੀਂ ਆਪਣੇ ਲਈ ਕੰਮ ਕਰਦੇ ਹੋ। ਉਹ ਸਾਰਾ ਇੱਦਾਂ ਹੀ ਕੰਮ ਕਰਨਾ ਪੈਂਦਾ ਹੈ। ਮੇਰਾ ਆਹੀ ਤੁਹਾਨੂੰ ਅਗਲਾ ਸਵਾਲ ਸੀਗਾ ਕਿ ਇਹ ਇੰਜੀਨੀਅਰਿੰਗ ਬੈਕਗਰਾਊਂਡ ਤੋਂ ਤੁਸੀਂ ਇਹ ਪੋਲੀਟਿਕਸ ਵਿੱਚ ਤੁਹਾਡੀ ਐਂਟਰੀ ਕਿਵੇਂ ਹੁੰਦੀ ਹੈ, ਇਸ ਬਾਰੇ ਥੋੜ੍ਹੀ ਰੋਸ਼ਨੀ ਪਾਓ। ਇੱਕ ਛੋਟਾ ਜਿਹਾ ਫਨੀ ਇਨਸੀਡੈਂਟ ਹੈ ਜੀ ਕਿ ਮੇਰੇ ਫਾਦਰ ਨੇ ਮੈਨੂੰ ਕਿਹਾ ਸੀਗਾ ਕਿ ਉੱਥੇ ਜਾ ਕੇ ਇਨਵੋਲਵ ਨਹੀਂ ਹੋਣਾ ਪੋਲੀਟਿਕਸ ਦੇ ਵਿੱਚ, ਅਮਰੀਕਾ ਦੇ ਵਿੱਚ, ਕਿਉਂਕਿ ਇੰਡੀਆ 'ਚ ਪੋਲੀਟਿਕਸ ਥੋੜ੍ਹੀ ਜਿਹੀ ਡਿਫਰੈਂਟ ਐਂਗਲ ਨਾਲ ਕੰਮ ਕਰਦੀ ਹੈ, ਆਪਾਂ ਸਾਰੇ ਉੱਥੋਂ ਹੀ ਆਉਂਦੇ ਹਾਂ ਜੀ। ਤੇ ਮੈਂ ਉਹਨਾਂ ਨੂੰ ਬਿਲਕੁਲ ਐਜ਼ ਏ ਮਾਈ ਫਾਦਰ ਫਿਗਰ, ਫਾਦਰ ਨੇ ਮੇਰੇ, ਕਿ ਮੈਂ ਕਿਹਾ ਜੀ ਠੀਕ ਹੈ ਬਸ ਦੈਟਸ ਇਟ, ਤੁਸੀਂ ਕਹਿਤਾ ਤੇ ਕੰਮ ਖਤਮ ਜੀ। ਮੇਰੇ ਫਾਦਰ ਨੇ ਮੈਨੂੰ ਵਿਜ਼ਿਟ ਕੀਤਾ 2009 ਦੇ ਵਿੱਚ ਤੇ ਮੈਨੂੰ ਕਹਿੰਦੇ ਯਾਰ ਆਈ ਥਿੰਕ ਯੂ ਸੀਮਸ ਨਾਟ ਟੂ ਬੀ ਅ ਹੈਪੀ ਪਰਸਨ, ਰਾਈਟ। ਸੋ ਉਹਨਾਂ ਨੇ ਮੈਨੂੰ ਕਿਹਾ ਕਿ ਓਕੇ ਤੂੰ ਕਰ ਲੈ। ਤੇ ਫਿਰ ਮੈਂ ਆਊਟ ਆਫ ਟੱਚ ਸੀ, ਮੈਨੂੰ ਵੀ ਕੋਈ ਮਤਲਬ ਬਿਲਕੁਲ ਹੋਸ਼ ਨਹੀਂ ਸੀ, ਜਿੱਦਾਂ ਮਤਲਬ ਸਾਰੀ ਆਪਣੀ ਕਮਿਊਨਿਟੀ ਹੈਗੀ ਹੈ ਜੀ। ਤੇ 2013 ਦੇ ਵਿੱਚ ਆਈ ਫਸਟ ਗਾਟ ਇਨਵੋਲਵਡ ਇਨ ਦਾ ਕੈਂਪੇਨ ਆਫ ਮੇਅਰ ਬਿਲ ਡੇ ਬਲਾਜ਼ੀਓ
अच्छा जी। ਦੈਨ ਔਨਵਰਡਸ ਇਟ ਸਟਾਰਟ ਦਾ ਜਰਨੀ। ਫਿਰ ਮੈਂ ਹੌਲੀ ਹੌਲੀ ਬੜੇ ਸਾਰੇ ਪੋਲੀਟੀਕਲ ਲੋਕਾਂ ਨਾਲ ਕੰਮ ਕੀਤਾ, ਬੜੇ ਸਾਰੇ ਪੋਲੀਟੀਕਲ ਲੋਕਾਂ ਨਾਲ ਐਜ਼ ਏ ਵਲੰਟੀਅਰ ਵਰਕ ਕਰਕੇ ਉਹਨਾਂ ਨੂੰ ਇਲੈਕਟ ਕਰਵਾਇਆ, ਜਿਨ੍ਹਾਂ ਵਿੱਚੋਂ ਜੈਨੀਫਰ ਰਾਜਕੁਮਾਰ ਇੱਕ ਸੀ, ਜਿਨ੍ਹਾਂ ਵਿੱਚੋਂ ਆਪਣੇ ਮੈਡਮ ਸਪੀਕਰ ਏਡਰੀਅਨ ਐਡਮਜ਼ ਦੀ ਕੈਂਪੇਨ ਜਦੋਂ ਉਹ ਸਟੇਟ ਸੈਨੇਟ ਦੀ ਲੜੇ, ਫਿਰ ਉਹ ਸਿਟੀ ਕਾਉਂਸਲ ਦੀ ਕੈਂਪੇਨ ਲੜੇ, ਫਿਰ ਆਪਣੇ ਗ੍ਰੈਗਰੀ ਮੀਕਸ ਸਾਡੇ ਚੇਅਰਮੈਨ ਕੁਈਨਸ ਕਾਉਂਟੀ ਐਂਡ ਕਾਂਗਰਸਮੈਨ ਗ੍ਰੈਗਰੀ ਮੀਕਸ ਨਾਲ ਕੰਮ ਕੀਤਾ ਕਾਫੀ ਲੰਮਾ ਸਮਾਂ ਉਹਨਾਂ ਦੀ ਬੈਕ ਆਫਿਸ 'ਤੇ। ਇੱਦਾਂ ਹੀ ਮਤਲਬ ਕੈਂਪੇਨਸ ਨਾਲ ਜੁੜ ਕੇ ਫਿਰ ਐਨਾ ਕੈਪਲਨਸ ਨਾਲ ਕੰਮ ਕੀਤਾ, ਫਿਰ ਲੌਰਾ ਕਰਨ ਦੀ ਕੈਂਪੇਨ ਬੈਕ ਐਂਡ 'ਤੇ ਉਹਨਾਂ ਨਾਲ ਵਲੰਟੀਅਰ ਕੀਤਾ। ਸੋ ਇਹ ਨੰਬਰਲੈਸ ਕੈਂਪੇਨਸ 'ਤੇ ਕੰਮ ਕਰਨ ਨਾਲ ਪਤਾ ਲੱਗਿਆ ਕਿ ਅਸੀਂ ਕਿਤੇ ਵੀ ਪਾਰਟਿਸਿਪੇਟ ਨਹੀਂ, ਸਾਡੀ ਕਿਤੇ ਵੀ ਪਾਰਟਿਸਿਪੇਸ਼ਨ ਨਹੀਂ। we are absolutely a forgotten community and anybody can come in and we do the fundraisers for the people like a ATM. We are there to help everyone, but we are not there in the policy making. जी. Until we are not there in the policy making, the policies are going to be get drafted for you without your emotions, without your sentiments is taking care of that. It's not going to work. जी. Why is that? Why is that? ਸਾਡੇ ਚਾਚਾ ਵੀ ਹੈ, ਸਾਡੇ ਭੂਆ ਵੀ ਹੈ, ਸਾਡੇ ਮਾਸੀ ਵੀ ਹੈ, ਸਾਡੇ ਤਾਇਆ ਵੀ ਹੈ, ਸਾਡੇ ਫੁੱਫੜ ਵੀ ਹੈ, ਸਾਡੇ ਮਾਸੜ ਵੀ ਹੈ। there is so many relationships we call in a different levels, right? it's a different emotions with everyone. ਚਾਚੇ ਨਾਲ ਅਸੀਂ different behave ਕਰਦੇ ਹਾਂ, ਤਾਏ ਨਾਲ different ਕਰਦੇ ਹਾਂ, ਕਿਉਂਕਿ ਚਾਚਾ ਸਾਡੇ ਲਾਗੇ ਹੁੰਦਾ, ਉਹਨਾਂ ਨੂੰ ਅਸੀਂ ਭਰਾਵਾਂ ਵਾਂਗੂ ਜਾਂ ਯਾਰਾਂ ਵਾਂਗੂ ਵੀ ਟਰੀਟ ਕਰਨਾ ਸ਼ੁਰੂ ਕਰ ਲੈਂਦੇ ਹਾਂ ਕਈ ਵਾਰੀ, ਪਰ ਤਾਏ ਨਾਲ ਇੱਦਾਂ ਨਹੀਂ ਕਰ ਸਕਦੇ। so that is a sentiment coming from the South Asia. Right, so they need to understand what kind of a sentiment we are coming from. Ji. And we have a joint family culture too. Right, 3 generations living together. I am the perfect example for you, and sitting next to you I live with my parents. Ji. So that is the things that whosoever is going to draft the policies, we need to take care of that our involvement should be there on the table. जी 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 जी। एक कहावत भी हैगी है, if you don't have a seat on the table, you're on the menu. Yes. Right? ਸੰਜੀਵ ਜੀ, ਇਹ ਜਿਹੜੀ ਸਾਰੀ ਗੱਲ ਤੁਸੀਂ ਕਰ ਰਹੇ ਹੋ, ਇਹ ਆਹੀ ਗੱਲ ਅਸੀਂ ਹਮੇਸ਼ਾ ਆਪਣੇ ਵਿਊਅਰਸ ਨੂੰ, ਆਪਣੇ ਕਮਿਊਨਿਟੀ ਮੈਂਬਰਸ ਨੂੰ ਕਹਿੰਦੇ ਹਾਂ, ਅਰਜ ਕਰਦੇ ਹਾਂ, ਇਨਕਰੇਜ ਕਰਦੇ ਹਾਂ। ਔਰ ਤੁਸੀਂ ਇੱਕ ਪਰਫੈਕਟ ਐਗਜ਼ਾਮਪਲ ਸਾਡੇ ਸਾਹਮਣੇ ਆਉਂਦੇ ਹੋ। ਤੁਸੀਂ ਯੂ ਆਰ ਸਟਿਲ ਅ ਯੰਗ ਮੈਨ, ਔਰ ਆਈ ਅੰਡਰਸਟੈਂਡ ਤੁਸੀਂ ਹਮੇਸ਼ਾ ਇਨਕਰੇਜ ਕਰਦੇ ਹੋ ਬਾਕੀ ਯੂਥ ਨੂੰ ਵੀ ਸਾਹਮਣੇ ਆਉਣ ਵਾਸਤੇ। ਤੁਸੀਂ ਆਈ ਵੁੱਡ ਲਾਈਕ ਯੂ ਟੂ ਐਡਰੈਸ ਅ ਯੂਥ, ਆਰ ਵਿਊਅਰਸ, ਟੈਲ them why do they need to participate in this? ਕਿਉਂ ਉਹਨਾਂ ਦਾ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ at the times we are? ਇਹਦੇ ਵਿੱਚ ਮੈਂ ਇੱਕ ਚੀਜ਼ ਕੰਗ੍ਰੈਚੁਲੇਟ ਕਰਨਾ ਚਾਹੂੰਗਾ ਸਾਡੀ ਛੋਟੀ ਭੈਣ ਰਵਨੀਤ ਕੌਰ ਨੂੰ। ਜੀ। ਫੀਮੇਲ ਡਿਸਟ੍ਰਿਕਟ ਲੀਡਰ ਰਿਚਮੰਡ ਹਿੱਲ ਤੋਂ ਇਲੈਕਸ਼ਨ ਜਿੱਤੇ ਨੇ। ਠੀਕ ਹੈ, we feel so proud on her. ਜੀ। on the other end ਅਸੀਂ ਇੱਕ ਚੀਜ਼ ਹੋਰ ਵਧਾਈ ਦੇਣਾ ਚਾਹਾਂਗੇ ਸਾਡੀ ਸਾਰੀ ਰਿਚਮੰਡ ਹਿੱਲ ਦੀ ਕਮਿਊਨਿਟੀ ਨੂੰ, ਜਿਨ੍ਹਾਂ ਨੇ ਆਊਟਕਮ ਘਰੋਂ ਆ ਕੇ ਉਹਨਾਂ ਨੂੰ ਵੋਟਾਂ ਪਾਈਆਂ ਤੇ ਜਿਤਾਇਆ। ਉਹ ਇੱਕ ਐਗਜ਼ਾਮਪਲ ਨਹੀਂ, ਸਾਨੂੰ ਐਗਜ਼ਾਮਪਲਸ ਸੈੱਟ ਕਰਨੀਆਂ ਪੈਣਗੀਆਂ। ਮੈਂ ਇਹ ਤੁਹਾਡੇ ਸਾਰੇ ਯੂਥ ਨੂੰ, ਪੇਰੈਂਟਸ ਨੂੰ, ਸਾਡੇ ਭਰਾਵਾਂ ਨੂੰ, ਭੈਣਾਂ ਨੂੰ ਇੱਕ ਰਿਕੁਐਸਟ ਕਰਨੀ ਚਾਹੁੰਦਾ ਕਿ ਸਾਡਾ ਯੂਥ ਬਾਹਰ ਆਓ। ਸਾਡੇ ਯੂਥ ਤੋਂ ਸਾਨੂੰ ਸਿੱਖਣ ਦੀ ਲੋੜ ਆ। ਜੀ। ਦੇ ਆਰ ਮੋਰ ਇੰਟੈਲੀਜੈਂਟ ਦੈਨ ਅਸ, ਦੇ ਆਰ। ਜੀ। ਐਂਡ ਮੇਰਾ ਮੰਨਣਾ ਹੈ ਕਿ ਮੈਨ ਇਜ਼ ਅ ਸਟੂਡੈਂਟ ਅਪ ਟੂ ਦ ਐਂਡ। ਜੀ। ਜੇ ਤੁਸੀਂ ਇਸ ਐਟੀਟਿਊਡ ਨਾਲ ਆਪਣੀ ਲਾਈਫ ਨੂੰ ਕੈਰੀ ਔਨ ਕਰਕੇ ਚੱਲਦੇ ਹੋ ਤਾਂ ਯਕੀਨ ਕਰੋ ਕਿ ਕੋਈ ਵੀ ਹਰਡਲਸ ਜਿਹੜੀਆਂ ਆਉਣਗੀਆਂ ਓਵਰਕਮ ਹੋ ਜਾਣਗੀਆਂ। ਜੀ। 4 ਕੈਂਡੀਡੇਟ ਲਾਸਟ ਈਅਰ ਇਲੈਕਸ਼ਨ ਲੜੇ ਸਿਟੀ ਕਾਉਂਸਲ 23 ਤੋਂ। ਜੀ। ਬਹੁਤ ਵਧੀਆ ਗੱਲ ਸੀ। ਰਿਚਮੰਡ ਹਿੱਲ ਤੋਂ ਸਾਡਾ ਇੱਕ ਭਰਾ ਇਲੈਕਸ਼ਨ ਲੜਿਆ ਸਿਟੀ ਕਾਉਂਸਲ, ਬਹੁਤ ਵਧੀਆ ਗੱਲ ਆ। ਐਤਕੀ ਵੀ ਬਹੁਤ ਸਾਰਾ ਯੂਥ ਅਸੈਂਬਲੀ ਦੀ ਇਲੈਕਸ਼ਨ ਲੜਿਆ, ਮੈਨੂੰ ਬੜਾ ਚੰਗਾ ਲੱਗਿਆ। ਪਰ ਮੈਂ ਇਹ ਚਾਹੁੰਦਾ ਕਿ ਸਾਡੇ ਕੋਲੇ ਸਟ੍ਰੈਟਜੀਜ਼ ਤੇ ਸਟੈਟਿਕਸ ਦੋਨੇ ਚੀਜ਼ਾਂ ਹੋਣੀਆਂ ਜ਼ਰੂਰੀ ਨੇ। ਜੀ। ਹੋਸ਼ ਦੇ ਨਾਲ ਜੋਸ਼ ਵੀ ਹੋਣਾ ਜ਼ਰੂਰੀ ਹੈ, ਤੇ ਜੇ ਜੋਸ਼ ਨਹੀਂ ਨਾ ਹੋਏਗਾ ਤੇ ਕੰਮ ਨਹੀਂ ਚੱਲਣਾ। ਤੇ ਜੋਸ਼ ਸਿਰਫ ਯੂਥ ਹੀ ਲੈ ਕੇ ਆ ਸਕਦਾ ਹੈ। ਯੂਥ ਦੀ ਇਨਵੋਲਵਮੈਂਟ ਬਹੁਤ ਜ਼ਰੂਰੀ ਹੈ। ਜਦੋਂ ਯੂਥ ਕਹਿ ਦੇਗਾ ਨਾ ਕਿ ਆਪਾਂ ਨੇ ਇਸ ਇਲੈਕਸ਼ਨ 'ਚ ਪਾਰਟਿਸਿਪੇਟ ਕਰਨਾ ਹੈ, ਤਾਂ ਪੇਰੈਂਟਸ ਵੀ ਮੋਟੀਵੇਟ ਹੋ ਜਾਂਦੇ ਆ। ਉਹ ਕਹਿੰਦੇ ਆ ਕਿ ਡੈਫੀਨੇਟਲੀ ਲੈਟਸ ਗੈਟ ਇਟ ਡਨ। ਜੀ। ਸੋ ਯੂਥ ਨੂੰ ਮੇਰਾ ਇੱਕ ਰਿਕੁਐਸਟ ਹੈ ਕਿ ਪਲੀਜ਼ ਕਮ ਆਊਟ
get your involvement, show your involvement in the mainstream of America। ਸੋ ਆਪਾਂ ਇਕੱਠੇ ਹੋ ਕੇ ਚੱਲੀਏ, ਇਸ ਤਰੀਕੇ ਨਾਲ ਚੱਲੀਏ ਕਿ ਸਾਡੀ ਪ੍ਰੈਜ਼ੈਂਸ ਦਿਖਾਈ ਦੇਵੇ। ਐਕਸ਼ਨ ਸਪੀਕ ਲਾਊਡਰ ਦੈਨ ਦ ਵਰਡਸ। ਜੀ, ਦੈਟਸ ਆਲ। ਜੀ 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 ਸੰਜੀਵ ਜੀ, ਬਹੁਤ ਸੋਹਣੀ ਤੁਹਾਡੀ ਗੱਲ ਹੈ। ਸੰਜੀਵ ਜੀ, ਤੁਸੀਂ ਕੈਂਡੀਡੇਟ ਹੋ, ਡਿਸਟ੍ਰਿਕਟ 19 ਅਸੈਂਬਲੀ ਵਾਸਤੇ ਰਨ ਕਰ ਰਹੇ ਹੋ। ਸਾਨੂੰ ਪਲੀਜ਼ ਦੱਸੋਗੇ ਸਾਡੇ ਸਾਰੇ ਵੋਟਰਸ ਨੂੰ, ਵਾਈ ਆਰ ਯੂ ਦ ਬੈਸਟ ਕੈਂਡੀਡੇਟ ਫॉर दैट ਪੋਜੀਸ਼ਨ? ਇਫ ਯੂ ਕੰਸੀਡਰ ਸੋ ਜੀ, ਆਈ ਕੈਨ ਟੇਕ ਇਟ। ਪਰ ਮੇਰਾ ਇੱਕ ਮੰਨਣਾ ਹੈ ਕਿ ਸਾਡੀ ਕਮਿਊਨਿਟੀ ਦੀ ਜਿਹੜੀ ਇਨਵੋਲਵਮੈਂਟ ਹੈ ਨਾ, ਉਹ ਜ਼ਰੂਰ ਹੋਣੀ ਚਾਹੀਦੀ ਹੈ। ਮੈਨੂੰ ਗੁਰੂ ਸਾਹਿਬਾਨ ਦਾ ਨਾ ਇੱਕ ਸ਼ਬਦ ਚੇਤੇ ਆ ਗਿਆ ਜੀ ਕਿ ਦੇਸ਼ ਸ਼ਿਵਾਵਰ ਮੋਹੇ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੂ, ਨਾ ਡਰੂ ਅਰੀ ਸੋ ਜਾਏ ਲਰੂ, ਨਿਸ਼ਚੈ ਕਰ ਆਪਣੀ ਜੀਤ ਕरूं। ਜਦੋਂ ਤੁਸੀਂ ਇੱਥੋਂ ਕੰਮ ਕਰਦੇ ਹੋ ਨਾ ਜੀ, ਹਾਰਟ ਐਂਡ ਸੋਲ ਜੀ ਦੋਨੇ ਚੀਜ਼ਾਂ ਚੋਂ ਜਦੋਂ ਇੱਕ ਆਵਾਜ਼ ਆਉਂਦੀ ਹੈ ਕਿ ਆਈ ਨੀਡ ਟੂ ਗੈਟ ਇਟ ਡਨ ਫॉर ਮਾਈ ਕਮਿਊਨਿਟੀ, ਦੈਨ ਡੈਫੀਨਿਟਲੀ ਡੂ ਇਟ, ਦੈਨ ਦੇਰ ਇਜ਼ ਨੋ ਸੈਕਿੰਡ ਥਾਟ ਆਫ ਇਟ। ਤੁਹਾਨੂੰ ਉਦੋਂ ਤੱਕ ਕੰਮ ਕਰਦੇ ਰਹਿਣਾ ਚਾਹੀਦਾ ਹੈ ਜਦੋਂ ਤੱਕ ਉਹ ਕੰਮ ਖਤਮ ਜਾਂ ਡਨ ਨਹੀਂ ਹੋ ਜਾਂਦਾ ਤੁਹਾਡੀ ਕਮਿਊਨਿਟੀ ਵਾਸਤੇ, ਕਮਿਊਨਿਟੀਜ਼ ਐਟ ਲਾਰਜ ਵਾਸਤੇ। ਇੱਕ ਮੁੱਦਾ ਨਹੀਂ, ਮਲਟੀਪਲ ਮੁੱਦੇ ਨੇ ਜੀ, ਛੋਟੇ ਛੋਟੇ ਹੀ ਸਹੀ ਪਰ ਮਲਟੀਪਲ ਮੁੱਦੇ ਨੇ। ਇਹ ਹੁੰਦੇ ਰਹਿਣਗੇ, ਇਹ ਚੱਲਦੇ ਰਹਿਣਗੇ ਜਦੋਂ ਤੱਕ ਅਸੀਂ ਹੈਗੇ ਆ। ਪੈਂਡੈਮਿਕ ਨੇ ਸਾਨੂੰ ਬਹੁਤ ਮਾਰ ਮਾਰੀ ਜੀ, ਕਈ ਸੈਕਟਰਾਂ ਨੂੰ ਉਹਨੇ ਐਡਵਾਂਸਮੈਂਟ ਵੀ ਦਿੱਤੀ, ਜਿੱਦਾਂ ਟੈਕਨੋਲੋਜੀ ਨੂੰ ਐਡਵਾਂਸਮੈਂਟ ਦੇ ਛੱਡੀ, ਪਰ ਸਾਡੇ ਬਹੁਤ ਸਾਰੇ ਚਹੇਤੇ ਸਾਨੂੰ ਛੱਡ ਕੇ ਚਲੇ ਗਏ, ਜਿਹੜਾ ਕਿ ਬਹੁਤ ਦੁਖਦਾਈ ਹੋਇਆ। ਇੱਦਾਂ ਦੀਆਂ ਮਹਾਮਾਰੀਆਂ ਰੱਬ ਨਾ ਕਰੇ ਅੱਗੇ ਨੂੰ ਆਉਣ, ਪਰ ਜੇ ਆਉਣ ਅਸੀਂ ਪ੍ਰਪੇਅਰ ਹੋਈਏ ਪਹਿਲਾਂ ਜੀ। ਹੈਲਥ ਸਿਸਟਮ ਨੂੰ ਲੈ ਕੇ ਤਿੰਨ ਚੀਜ਼ਾਂ ਤੇ ਮੈਂ ਗੱਲ ਕਰਦਾ ਜੀ ਹਮੇਸ਼ਾ ਜੀ। ਸਭ ਤੋਂ ਪਹਿਲੀ ਗੱਲ ਹੈ ਮੇਰੀ ਸੇਫਟੀ ਤੇ ਜੀ, ਕਿਉਂਕਿ ਜੇ ਅਸੀਂ ਸੇਫ ਨਹੀਂ ਤੇ ਅਸੀਂ ਕੁਝ ਨਹੀਂ ਕਰ ਸਕਦੇ। ਦੂਸਰੀ ਗੱਲ ਐਜੂਕੇਸ਼ਨ, ਐਮਪਾਵਰਮੈਂਟ, ਐਜੂਕੇਸ਼ਨ ਬਹੁਤ ਜ਼ਰੂਰੀ ਹੈ। ਤੇ ਤੀਸਰੀ ਗੱਲ ਹੈਲਥ ਦੀ, ਹੈਲਥ ਕੇਅਰ ਫॉर ਆਲ ਜੀ। ਹੈਲਥ ਠੀਕ ਰਹਿਣੀ, ਹੈਲਥ ਪਰਫੈਕਟ ਹੈਲਥ 'ਚ ਰਹਿਣਾ ਬਹੁਤ ਜ਼ਰੂਰੀ ਹੈ। ਇਹ ਤਿੰਨੇ ਚੀਜ਼ਾਂ ਜਦੋਂ ਤੱਕ ਨਹੀਂ ਹੋਣਗੀਆਂ ਉਦੋਂ ਤੱਕ ਅਸੀਂ ਤਰੱਕੀ ਦੇ ਰਾਹਾਂ 'ਤੇ ਨਹੀਂ ਜਾ ਸਕਦੇ, ਉਦੋਂ ਤੱਕ ਕੁਝ ਵੀ ਨਹੀਂ ਹੋਣਾ। ਇਹ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਨੇ। ਦੈਟਸ ਆਲ ਆਈ ਹੈਵ ਟੂ ਸੇ ਦੈਟ। ਸੋ ਆਈ ਐਮ ਗੋਇੰਗ ਟੂ ਫਾਈਟ ਅੰਟਿਲ ਦ ਐਂਡ। ਇਹ ਸਨ ਨਿਊਯਾਰਕ ਸਟੇਟ ਅਸੈਂਬਲੀ ਡਿਸਟ੍ਰਿਕਟ 19 ਦੇ ਕੈਂਡੀਡੇਟ ਸੰਜੀਵ ਜਿੰਦਲ ਜੀ। ਸਾਰੀ ਕਮਿਊਨਿਟੀ ਇਹਨਾਂ ਤੋਂ ਅੱਛੀ ਤਰ੍ਹਾਂ ਇਹਨਾਂ ਨੂੰ ਜਾਣਦੀ ਹੈ। ਬੜੀ ਇੰਪੋਰਟੈਂਟ ਇਹਨਾਂ ਨੇ ਗੱਲਾਂ 'ਚ ਕੀਤੀਆਂ, ਔਰ ਮੋਸਟ ਇੰਪੋਰਟੈਂਟ ਅਗੇਨ ਜੋ ਅਸੀਂ ਹਮੇਸ਼ਾ ਅਪੀਲ ਕਰਦੇ ਹਾਂ, ਯੂਥ ਨੂੰ ਇਹਨਾਂ ਨੇ ਕਿਹਾ ਕਿ ਬਾਹਰ ਆਓ। ਬਹੁਤ ਜ਼ਰੂਰੀ ਹੈ ਉਹਨਾਂ ਦੀ ਪਾਰਟਿਸਿਪੇਸ਼ਨ, ਕਿਉਂਕਿ ਇੱਥੇ ਇਸ ਮੁਲਕ 'ਚ ਐਟਲੀਸਟ ਜਿਹੜਾ ਯੂਥ ਹੈ ਉਹ ਸੀਨੀਅਰਸ ਨੂੰ ਵੀ ਲੀਡ ਕਰ ਸਕਦਾ ਹੈ, ਉਹਨਾਂ ਨੂੰ ਇਸ ਸੁਸਾਇਟੀ ਵਿੱਚ ਜਿਹੜਾ ਰਾਹ ਹੈ ਉਹ ਦਿਖਾ ਸਕਦਾ ਹੈ। ਔਰ ਬਹੁਤ ਲੋੜ ਹੈਗੀ ਹੈ ਸੀਨੀਅਰਸ ਨੂੰ, ਸਾਰੇ ਨੂੰ ਕਮਿਊਨਿਟੀ ਵਿੱਚ। ਹਾਲੇ ਵੀ ਸਾਨੂੰ ਇਸ ਸਿਵਲ ਸੁਸਾਇਟੀ ਵਿੱਚ, ਪੋਲੀਟੀਕਲ ਸਿਸਟਮ ਵਿੱਚ ਬਹੁਤ ਜ਼ਿਆਦਾ ਪਾਰਟਿਸਿਪੇਸ਼ਨ ਦੀ ਲੋੜ ਹੈ। ਸੰਜੀਵ ਜੀ, ਅੱਜ ਇੱਥੇ ਆਉਣ ਦਾ ਬਹੁਤ ਬਹੁਤ ਸ਼ੁਕਰੀਆ। ਵੀ ਵਿਸ਼ ਯੂ ਆਲ ਦ ਵੈਰੀ ਬੈਸਟ ਫॉर ਯੂਰ ਕੈਂਪੇਨ। ਅਸੀਂ ਉਮੀਦ ਕਰਾਂਗੇ ਤੁਸੀਂ ਫਿਰ ਟਾਈਮ ਕੱਢੋਗੇ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ।